ਅੱਜ ਮਹਿਲਾ ਦਿਵਸ 'ਤੇ ਮੈਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਇਸ ਦਸੂਹੇ ਦੀ ਧਰਤੀ 'ਤੇ, ਪਾਂਡਵਾਂ ਦੀ ਧਰਤੀ 'ਤੇ ਅੱਜ ਅਸੀਂ ਪਹਿਲੀ ਵਾਰ ਜਿਹੜਾ ਹੈ ਮਹਿਲਾ ਦਿਵਸ ਮਨਾ ਰਹੇ ਹਾਂ। ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜੀਆਂ ਸਾਡੀਆਂ ਭੈਣਾਂ ਨੇ ਇਕੱਠ ਦੱਸਿਆ, ਅੱਜ ਮਹਿਲਾ ਦਿਵਸ 'ਤੇ ਇਕੱਠ ਦੱਸਿਆ। ਇਸੇ ਤਰ੍ਹਾਂ ਹੀ ਜਦੋਂ ਵੀ ਕਿਤੇ ਕਾਲ ਹੋਵੇ ਉਹ ਪਹਿਲਾਂ ਬਿਨ ਧੜਕ ਹੋ ਕੇ ਇੱਥੇ ਦਸੂਹੇ ਜਿਹੜੇ ਪਾਂਡਵ ਤਲਾਬ 'ਤੇ ਪਹੁੰਚਣ। ਔਰ ਜੋ ਵੀ ਅੱਜ ਜੋ ਫੰਕਸ਼ਨ ਇੱਥੇ ਕੀਤਾ ਗਿਆ ਮਹਿਲਾ ਦਿਵਸ ਦੇ ਉੱਤੇ, ਉਹ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ। ਅੱਜ ਮੈਂ ਪੰਜਾਬ ਸਬਆਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਵਿਸ਼ਵ ਮਹਿਲਾ ਦਿਵਸ 'ਤੇ ਸਾਰੀਆਂ ਮਹਿਲਾਵਾਂ ਨੂੰ, ਆਪਣੀਆਂ ਭੈਣਾਂ ਨੂੰ ਮੁਬਾਰਕਬਾਦ ਜਿੱਥੇ ਦੇਣਾ ਚਾਹੁੰਦਾ ਹਾਂ, ਉੱਥੇ ਉਹਨਾਂ ਕੋਲ ਇਹ ਉਮੀਦ ਵੀ ਕਰਦਾ ਕਿ ਤੁਹਾਡੇ ਨਾਲ ਚਾਹੇ ਸਰਕਾਰ ਪੱਖੋਂ, ਚਾਹੇ ਪ੍ਰਸ਼ਾਸਨ ਪੱਖੋਂ, ਚਾਹੇ ਕਿਸੇ ਹੋਰ ਵੀ ਅਲੱਗ-ਅਲੱਗ ਸੰਸਥਾਵਾਂ ਵੱਲੋਂ ਤੁਹਾਡੇ ਨਾਲ ਸ਼ੋਸ਼ਣ ਹੁੰਦਾ ਤਾਂ ਤੁਹਾਨੂੰ ਆਪਣੇ ਹੱਕ ਦੀ ਰਾਖੀ ਲਈ ਸਮੇਂ-ਸਮੇਂ ਸਿਰ ਆਵਾਜ਼ ਚੁੱਕਦੇ ਰਹਿੰਦੇ ਨੇ ਚਾਹੀਏ, ਔਰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ, ਤਾਂ ਕਿ ਅਸੀਂ ਇੱਕ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗੀ ਸੇਧ ਦੇ ਸਕੀਏ। ਇੱਕ ਵਾਰ ਫਿਰ ਮੈਂ ਅੱਜ 8 ਮਾਰਚ ਦਿਨ ਸੋਮਵਾਰ ਨੂੰ ਮਹਿਲਾ ਦਿਵਸ 'ਤੇ ਸਾਰੀਆਂ ਮਹਿਲਾਵਾਂ, ਆਪਣੀਆਂ ਭੈਣਾਂ ਨੂੰ, ਮਾਤਾਵਾਂ ਨੂੰ ਮੁਬਾਰਕਬਾਦ ਦਿੰਦਾ। ਧੰਨਵਾਦ। ਸਮਾਜ ਵਿੱਚ ਮਹਿਲਾਵਾਂ ਨੂੰ ਪੁਰਸ਼ ਦੇ ਮੁਕਾਬਲੇ ਹਰ ਇੱਕ ਹੱਕ ਦੇ ਰਹੇ ਹਾਂ, ਹੱਕ ਦਿੱਤੇ ਵੀ ਗਏ ਆ, ਔਰ ਇਸ ਤੋਂ ਵੀ ਵੱਧ ਗੱਲਾਂ ਕਰੀਏ ਤਾਂ ਅਸੀਂ ਉਦਾਹਰਨਾਂ ਦਿੰਦੇ ਹਾਂ ਕਿ ਮਹਿਲਾਵਾਂ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਪੁਰਸ਼ ਤੋਂ ਘੱਟ ਨਹੀਂ, ਚਾਹੇ ਉਹ ਰਾਜਨੀਤੀ ਹੋਏ, ਚਾਹੇ ਉਹ ਪ੍ਰਸ਼ਾਸਨਿਕ ਦਾਇਰਾ ਹੋਏ, ਚਾਹੇ ਉਹ ਸਮਾਜਿਕ ਹੋਵੇ, ਬਿਜ਼ਨਸ 'ਚ ਹੋਏ, ਜੌਬ 'ਚ ਹੋਏ। ਅਸੀਂ ਸੋਚਦੇ ਹਾਂ ਮਹਿਲਾਵਾਂ ਨੂੰ ਹਰ ਇੱਕ ਪਾਸੇ ਹੱਕ ਬਰਾਬਰ ਦਾ ਮਿਲਿਆ, ਪਰ ਬੜੀ ਦੁਖੀ ਹਿਰਦੇ ਨਾਲ ਦੱਸਣਾ ਪੈਂਦਾ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਅੱਜ ਵੀ ਕਿਸੇ ਨਾਬਾਲਗ ਦਾ, ਕਿਸੇ ਅਡਲਟ ਦਾ ਰੇਪ ਹੋ ਜਾਂਦਾ ਔਰ ਉਸ ਦਾ ਰਾਤੋਂ ਰਾਤ ਸਾਡੇ ਇਸੇ ਸਮਾਜ ਦੇ ਲੋਕ ਆਪਣੇ ਮੁੰਡਿਆਂ ਨੂੰ ਬਚਾਉਣ ਲਈ, ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਰਾਤੋਂ ਰਾਤ ਸੰਸਕਾਰ ਕਰ ਦਿੰਦੇ ਆ, ਔਰ ਅਦਾਲਤ ਤੱਕ, ਪੁਲਿਸ ਤੱਕ ਕੰਪਲੇਂਟ ਨਹੀਂ ਕਰਨ ਦਿੰਦੇ। ਅਗਰ ਕਿਸੇ ਲੜਕੀ ਦੇ ਨਾਲ ਕੋਈ ਮਾੜੀ ਘਟਨਾ ਹੋ ਜਾਂਦੀ ਆ, ਕੁਛ ਸ਼ਰਾਰਤੀ ਤੱਤਵ ਉਸ ਘਟਨਾ ਨੂੰ ਅੰਜਾਮ ਦੇ ਦਿੰਦੇ ਆ, ਤਾਂ ਸਾਡੇ ਹੀ ਜਿਹੜੇ ਵੱਡੇ ਵਡੇਰੇ ਜਿਹੜੇ ਆਪਣੇ ਆਪ ਨੂੰ ਬਹੁਤ ਪੋਲੀਟੀਕਲ ਸਮਝਦੇ ਆ ਕਿ ਅਸੀਂ ਬਹੁਤ ਪੋਲੀਟੀਕਲ ਪ੍ਰੈਸ਼ਰ 'ਚ ਆ, ਉਹ ਬੰਦੇ ਉਹਨਾਂ ਨੂੰ ਬਚਾਉਣ ਦੀ ਖਾਤਰ ਜਾਂ ਤਾਂ ਉਸ ਕੰਪਲੇਂਟ ਕਰਨ ਵਾਲੀ ਲੜਕੀ ਦੀ ਬਾਪ ਦਾ ਕਤਲ ਕਰ ਦਿੰਦੇ, ਜਾਂ ਉਹਦੇ ਭਰਾ ਨੂੰ ਇੰਨਾ ਕੁ ਤਸੀਹੇ ਦੇ ਦਿੰਦੇ ਤਾਂ ਕਿ ਕਿਤੇ ਨਾ ਕਿਤੇ ਉਹ ਗੱਲ ਨੂੰ ਠੱਪ ਕਰ ਦੇਣ। ਸੋ ਅੱਜ ਦਾ ਵਿਸ਼ੇ ਕੌਮਾਂਤਰੀ ਮਹਿਲਾ ਦਿਵਸ, ਜਿਹੜਾ ਕਿ ਅਸੀਂ ਅੱਜ ਸਾਰੇ ਮਨਾ ਰਹੇ ਹਾਂ, ਕਿਉਂਕਿ ਤੁਸੀਂ ਦੇਖ ਲਿਓ ਕਿਸੇ ਦੇ ਘਰ ਦੇ ਵਿੱਚ ਵੀ ਅਗਰ ਕੋਈ ਬੱਚਾ ਪੈਦਾ ਹੁੰਦਾ ਤਾਂ ਸ਼ਾਇਦ ਉਹ ਪਹਿਲਾ ਬੱਚਾ ਪ੍ਰਮਾਤਮਾ ਧੀ ਦੇ ਰੂਪ 'ਚ ਭੇਜਦਾ, ਕਿਤੇ ਨਾ ਕਿਤੇ ਉਹਦੇ ਪਿੱਛੇ ਇੱਕ ਕਾਰਨ ਹੁੰਦਾ। ਪ੍ਰਮਾਤਮਾ ਨੂੰ ਪਤਾ ਕਿ ਜੇ ਮੈਂ ਇਸ ਕਿਸੇ ਦੇ ਘਰ ਧੀ ਨਹੀਂ ਭੇਜੀ ਤਾਂ ਇਹਨਾਂ ਨੇ ਧੀ ਅੱਗੇ ਜੰਮਣ ਹੀ ਨਹੀਂ ਦੇਣੀ। ਜੇ ਪਹਿਲਾ ਵੀ ਮੁੰਡਾ ਦੇਤਾ, ਦੂਜਾ ਵੀ ਮੁੰਡਾ ਦੇਤਾ, ਤੀਜੀ ਧੀ ਤਾਂ ਆਣੀ ਨਹੀਂ ਫਿਰ ਸਮਾਜ ਦੇ ਵਿੱਚ। ਸੋ ਪ੍ਰਮਾਤਮਾ ਨੇ ਇਸ ਚੀਜ਼ ਨੂੰ ਬੈਲੈਂਸ ਕਰਨ ਲਈ ਗਿਫਟ ਦੇ ਤੌਰ ਤੇ ਇੱਕ ਧੀ ਦਿੰਦਾ ਹੈ ਸਾਡੇ ਘਰ 'ਚ। ਪਰ ਸਮਾਜ ਦੇ ਸਾਡੇ ਲੋਭੀ ਲੋਕ ਆ ਜਿਹੜੇ ਕੁਛ, ਉਹ ਕੀ ਕਰਦੇ ਆ, ਡਿਪਾਰਟਮੈਂਟਲ ਤੌਰ ਤੇ ਚੱਲ ਜਾਈਏ ਤਾਂ ਪਹਿਲਾਂ ਹੀ ਉਹਦੀਆਂ ਕਾਨੂੰਨ ਦੇ ਵਿਰੁੱਧ ਜਾ ਕੇ
ਦੇਖ ਲੈਂਦੇ ਆ, ਗਲਤ ਤਰੀਕੇ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਕਰਵਾ ਕੇ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ, ਜਿਹੜਾ ਕਿ ਸਮਾਜ ਦੇ ਬਿਲਕੁਲ ਉਲਟਾ। ਇਹਨਾਂ ਦਾ ਵਸ ਚੱਲੇ ਤਾਂ ਸਾਡੇ ਸਮਾਜ ਦੇ ਵਿੱਚ ਧੀ ਲੱਭੇ ਹੀ ਨਾ, ਬੰਦੇ ਹੀ ਬੰਦੇ ਲੱਭਣ। ਸੋ ਪਰਮਾਤਮਾ ਦੇ ਅਸੀਂ ਸ਼ੁਕਰਗੁਜ਼ਾਰ ਆ, ਕਿਉਂਕਿ ਇਸ ਚੀਜ਼ ਨੂੰ ਮੇਨਟੇਨ ਕਰਨ ਲਈ ਉਹ ਤਕਰੀਬਨ ਹਰ ਘਰ ਦੇ ਵਿੱਚ ਧੀ ਦਿੰਦੇ ਨੇ। ਜੋ ਸਰਕਾਰਾਂ ਦਾ ਮਾਹੌਲ ਚੱਲ ਰਿਹਾ, ਜੋ ਸਾਡੇ ਸਮਾਜ ਦੀ ਬਣਤਰ ਆ, ਤੁਸੀਂ ਸਮਝ ਸਕਦੇ ਹੋ ਕਿ ਇਹਦੇ ਵਿੱਚ ਔਰਤ ਅੱਜ ਮਹਿਫੂਜ਼ ਆ। ਉਹ ਔਰਤ, ਉਹ ਗੁੜੀਆ ਜੋ ਸਾਡੀ ਸਕੂਲ ਤੱਕ ਜਾਂਦੀ ਆ, ਉੱਥੇ ਜਾ ਕੇ ਉਹ ਆਪਣੇ ਆਪ ਨੂੰ ਸੇਫ ਨਹੀਂ ਸਮਝਦੀ। ਉਹ ਕਾਲਜ ਜਾਂਦੀ ਆ, ਚਾਹੇ ਉਹ ਆਪਣੀ ਸਕੂਟੀ ਤੇ ਜਾਂਦੀ ਆ, ਚਾਹੇ ਉਹ ਬਾਈ ਬੱਸ ਜਾਂਦੀ ਆ, ਆਪਣੇ ਆਪਾਂ ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਆ ਕਿ ਉਹ ਮਹਿਫੂਜ਼ ਆ। ਅਸੀਂ 10 ਵਾਰੀ ਉਹਨੂੰ ਫੋਨ ਕਰਦੇ ਆ ਘਰੋਂ ਚੱਲਣ ਵੇਲੇ, ਜੇ ਉਹ 10 ਮਿੰਟ ਜਦੋਂ ਸਕੂਲ ਪਹੁੰਚਦੀ ਆ, ਕਾਲਜ ਪਹੁੰਚਦੇ ਅਸੀਂ ਫਿਰ ਫੋਨ ਕਰਦੇ ਪਹੁੰਚ ਗਈ ਆ। ਜੇ 10 ਮਿੰਟ ਨਾ ਪਹੁੰਚੇ, ਸਾਡੇ ਦਿਲ 'ਚ 1000 ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਕਿ ਉਹਦੇ ਨਾਲ ਪਤਾ ਨਹੀਂ ਰਸਤੇ 'ਚ ਕੀ ਮਿਸ ਹੈਪਨਿੰਗ ਹੋ ਗਈ ਕਿ ਉਹ ਸਕੂਲੇ ਜਾ ਕੇ ਅੱਜ ਉਹਨੇ ਫੋਨ ਹੀ ਨਹੀਂ ਸਾਡਾ ਪਿਕ ਕੀਤਾ। ਇਹ ਡਰ ਕਿਉਂ ਸਾਨੂੰ? ਕਿਉਂਕਿ ਸਾਡੇ ਸਮਾਜ ਦੀ ਬਣਤਰ ਗਲਤ ਆ। ਇਹਦੇ ਵਿੱਚ ਔਰਤ ਮਹਿਫੂਜ਼ ਨਹੀਂ ਆ। ਮੈਂ ਸਰਕਾਰ ਨੂੰ ਜਿੱਥੇ ਬੱਸ ਕਿਰਾਇਆ ਮਾਫ ਕੀਤਾ ਆ, ਉੱਥੇ ਇਹ ਵੀ ਬੇਨਤੀ ਕਰਦਾ ਕਿ ਸਾਡੀਆਂ ਜਿਹੜੀਆਂ ਔਰਤਾਂ ਆ, ਇਹਨਾਂ ਨੂੰ ਸੁਰੱਖਿਅਤ ਮਾਹੌਲ ਵੀ ਦੇਣਾ ਸਰਕਾਰ ਦਾ ਇੱਕ ਮੁੱਢਲਾ ਫਰਜ਼ ਆ। ਉਹ ਅਗਰ ਬਾਜ਼ਾਰ ਵਿੱਚ ਜਾਂਦੀ ਆ ਤਾਂ ਆਪਣੇ ਆਪ ਨੂੰ ਮਹਿਫੂਜ਼ ਸਮਝੇ। ਉਹ ਬੱਸ 'ਚ ਜਾਂਦੀ ਆ, ਰੋਡ ਤੇ ਜਾਂਦੀ ਆ, ਕਿਸੇ ਆਫਿਸ 'ਚ ਜਾਂਦੀ ਆ, ਕਿਸੇ ਧਾਰਮਿਕ ਸਥਲ 'ਚ ਜਾਂਦੀ ਆ, ਤਾਂ ਉਹਨੂੰ ਉੱਥੇ ਮਹਿਫੂਜ਼ ਰਹਿਣ ਲਈ ਜੋ ਸਹਾਇਤਾ ਸਰਕਾਰ ਦੇ ਸਕਦੀ, ਜੋ ਇਨਵਾਇਰਮੈਂਟ ਵਧੀਆ ਸਰਕਾਰ ਦੇ ਸਕਦੀ, ਉਹਨੂੰ ਦੇਣਾ ਚਾਹੀਦਾ ਆ। ਨਾ ਕਿ ਸਾਨੂੰ ਇਹਨਾਂ ਦੇ ਲੋਲੀਪੌਪ ਦੇ ਕੇ ਕਿ ਸਾਨੂੰ 1500 ਰੁਪਇਆ ਪੈਨਸ਼ਨ ਦੇ ਦਿੱਤੀ, ਸਾਨੂੰ ਕਿਰਾਇਆ ਮਾਫ ਕਰ ਦਿੱਤਾ। ਇਹਨਾਂ ਤੋਂ ਅਸੀਂ ਸੰਤੁਸ਼ਟ ਨਹੀਂ ਆ। ਅਸੀਂ ਚਾਹੁੰਦੇ ਆ ਕਿ ਜਿਹੜਾ ਇੱਕ ਸਮਾਜ ਦੇ ਵਿੱਚ ਪੁਰਸ਼ ਪ੍ਰਧਾਨ ਦੇਸ਼ ਦੇ ਵਿੱਚ, ਸਮਾਜ ਦੇ ਵਿੱਚ ਔਰਤ ਦਾ ਜਨਮ ਹੁੰਦਾ ਆ, ਉਹ ਔਰਤ ਕਿਸੇ ਦੀ ਮਾਂ ਹੁੰਦੀ, ਕਿਸੇ ਦੀ ਭੈਣ ਹੁੰਦੀ, ਕਿਸੇ ਦੀ ਬੇਟੀ ਹੁੰਦੀ ਆ, ਉਸ ਨੂੰ ਉਸ ਲੈਵਲ ਦੇ, ਉਸ ਦਰਜੇ ਤੇ ਜੀਣ ਦਾ ਹੱਕ ਹੋਣਾ ਚਾਹੀਦਾ ਆ ਜਿਵੇਂ ਕਿ ਇੱਕ ਪੁਰਸ਼ ਦਾ ਆ। ਤੋ ਜਿਹੜੇ ਸਾਥੀ ਜਿਵੇਂ ਕਿ APP ਚੈਨਲ ਸਾਡੇ ਨਾਲ ਬਹੁਤ ਮਦਦ ਕਰਦਾ, ਹਮੇਸ਼ਾ ਸਾਡੀ ਹਰ ਇੱਕ ਐਕਟੀਵਿਟੀ ਨੂੰ ਪਬਲਿਕ ਤੱਕ ਲੈ ਕੇ ਜਾਂਦਾ, ਸਰਕਾਰਾਂ ਤੱਕ ਸਾਡਾ ਮੈਸੇਜ ਕਨਵੇ ਕਰਦਾ, ਉਹਦੇ ਹੀ ਗੁਰਪ੍ਰੀਤ ਜਲੋਟਾ ਜੀ ਜਿਹੜੇ ਨੇ, ਜਿੱਥੇ ਉਹ ਪ੍ਰੈਸ ਦੇ ਨਾਲ ਬਿਲੋਂਗ ਕਰਦੇ ਨੇ, ਉੱਥੇ ਇੱਕ ਬਹੁਤ ਚੰਗੀ ਸ਼ਖਸੀਅਤ ਵੀ ਨੇ ਔਰ ਸਮਾਜ ਦੇ ਵਿੱਚ ਵਿਚਰਨ ਵਾਲੇ ਮੇਰੇ ਭਰਾ ਨੇ। ਇੱਦਾਂ ਹੀ ਆਪਣੀ ਲਿਖਤ ਦੇ ਰਾਹੀਂ ਸ਼ਮੂਲੀਅਤ ਜ਼ਰੂਰ ਕਰਿਆ ਕਰੋ। ਸਾਨੂੰ ਸੱਚ ਦੇ ਨਾਲ ਜਾਣੂ ਕਰਵਾਇਆ ਕਰੋ। ਅੱਜ ਮੈਂ ਸਮਝਦਾ ਵੀ ਜਿੰਨੇ ਵੀ ਸਾਥੀ ਇੱਥੇ ਭੈਣਾਂ ਸਾਡੀਆਂ ਜਾਂ ਸਾਥੀ ਬੈਠੇ ਦੇ ਸੀ, ਉਹ ਬਿਲਕੁਲ ਤੁਹਾਡੇ ਸੌਂਗ ਦੇ ਨਾਲ ਇਮੋਸ਼ਨਲ ਹੋ ਗਏ ਸਾਡੇ ਨਾਲ, ਔਰ ਤੁਹਾਡੇ ਇੱਕ ਇੱਕ ਸ਼ਬਦ ਦਾ ਅਗਲਾ ਜਿਹੜਾ ਸਟੈਪ ਆਉਣਾ ਸੀ ਉਹ ਸੁਣਨ ਲਈ ਬੇਤਾਬ ਸੀ ਕਿ ਅੱਗੇ ਤੁਸੀਂ ਕੀ ਕਹਿ ਰਹੇ ਹੋ। ਕਿਉਂਕਿ ਤੁਸੀਂ ਜਿਹੜੀ ਸਾਡੀ ਗੱਲ ਕੀਤੀ, ਇਹ ਸਾਨੂੰ ਇੱਦਾਂ ਲੱਗ ਰਿਹਾ ਸੀ ਵੀ ਅਸੀਂ ਘਰ ਜਾ ਰਹੇ ਹਾਂ ਤਾਂ ਉਹ ਸਾਡਾ ਬੱਚਾ, ਸਾਡੀ ਗੁੜੀਆ ਸਾਨੂੰ ਇਹੀ ਸ਼ਬਦ ਕਹਿ ਰਹੀ, ਔਰ ਕਹਿ ਵੀ ਰਹੀ ਹੁੰਦੀ ਆ, ਇਹ 'ਚ ਕੋਈ ਝੂਠ ਵੀ ਨਹੀਂ ਸੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਗੁਰਪ੍ਰੀਤ ਜਲੋਟਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤਾਂ ਦੇ ਸਮਾਗਮ ਦੀ ਪ੍ਰਧਾਨਗੀ ਮੰਡਲ 'ਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਮੋਦ ਗਿੱਲ ਜੀ, ਰਮੇਸ਼ ਸਿੰਘ ਜੀ, ਨਰਿੰਦਰ ਜੀ, ਹਰਪ੍ਰੀਤ ਜੀ, ਔਰ ਮੇਰੀਆਂ ਭੈਣਾਂ ਔਰ ਮੇਰੇ ਦੂਰ ਦਰੇਡੇ ਤੋਂ ਪਹੁੰਚੀਆਂ ਹੋਈਆਂ ਮੇਰੀਆਂ ਭੈਣਾਂ, ਮੇਰੇ ਸਾਥੀ, ਅੱਜ ਜਿਹੜਾ ਦਿਨ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਕੌਮਾਂਤਰੀ ਮਹਿਲਾ ਦਿਵਸ ਹੈ। ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਪ੍ਰਮੋਦ ਗਿੱਲ ਜੀ ਨੇ ਮੈਨੂੰ ਪਰਸੋਂ ਫੋਨ ਕੀਤਾ, ਕਹਿਣ ਲੱਗੇ ਪ੍ਰਧਾਨ ਜੀ
ਵੀ 8 ਤਰੀਕ ਨੂੰ ਅਸੀਂ ਦਸੂਹੇ ਦੇ ਵਿੱਚ ਮਹਿਲਾ ਦਿਵਸ ਮਨਾਉਣਾ। ਮੈਂ ਪ੍ਰਮੋਦ ਜੀ ਨਾਲ ਇਹ ਗੱਲ ਕੀਤੀ ਵੀ ਪ੍ਰਮੋਦ ਜੀ 8 ਤਰੀਕ ਨੂੰ ਸਾਡੀ ਡਿਊਟੀ ਭੁੱਖ ਹੜਤਾਲ 'ਤੇ ਹੁਸ਼ਿਆਰਪੁਰ ਲੱਗੀ ਹੋਈ ਹੈ। ਇਹਨਾਂ ਨੇ ਮੈਨੂੰ ਕੰਪੈਲ ਕੀਤਾ ਵੀ ਆਪਾਂ ਜਿਹੜਾ ਹੁਸ਼ਿਆਰਪੁਰ ਨਹੀਂ ਜਾਣਾ, ਆਪਾਂ ਦਸੂਹੇ ਦੇ ਵਿੱਚ ਮਨਾਉਣਾ ਮਹਿਲਾ ਦਿਵਸ। ਮੈਨੂੰ ਬੜੀ ਖੁਸ਼ੀ ਹੋਈ ਵੀ ਇਸ ਦਸੂਹੇ ਦੀ ਧਰਤੀ 'ਤੇ ਆਪਾਂ ਪਹਿਲੀ ਵਾਰੀ ਜਿਹੜਾ ਇਹ ਮਹਿਲਾ ਦਿਵਸ ਮਨਾ ਰਹੇ ਆ। ਬੜੇ ਮਨ ਨੂੰ ਸਕੂਨ ਮਿਲਿਆ। ਅੱਜ ਦੇ ਜੋ ਯੁੱਗ ਚੱਲ ਰਿਹਾ, ਤੁਸੀਂ ਭੈਣਾਂ ਮੇਰੀਆਂ ਅਖਬਾਰਾਂ ਪੜ੍ਹਦੀਆਂ, TV ਦੇਖਦੇ ਹੋ, ਅੱਜ ਦੇ ਹਾਲਾਤਾਂ ਦੇ ਵਿੱਚ ਕੀ ਕੁਛ ਨਹੀਂ ਹੋ ਰਿਹਾ। ਜਿਹੜੀਆਂ ਧੀਆਂ ਤੇਲ ਸਾੜ ਕੇ ਮਾਰ ਦਿੱਤੀਆਂ ਜਾਂਦੀਆਂ, ਦਵਾਈ ਦੇ ਕੇ ਮਾਰ ਦਿੱਤੀਆਂ ਜਾਂਦੀਆਂ, ਬੜਾ ਦੁੱਖ ਲੱਗਦਾ। ਅੱਜ ਜਿਹੜੇ ਹਾਲਾਤ ਆ ਯੂਪੀ ਦੇ ਵਿੱਚ ਚਲੇ ਜਾਓ, ਸਾਡੀ ਇੱਕ ਧੀ ਨਾਲ ਰੇਪ ਕੀਤਾ ਗਿਆ, ਉਹਨੂੰ ਰੇਪ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ। ਉਹਦਾ ਬਾਪ ਜਿਹੜਾ ਕੰਪਲੇਂਟ ਕਰਨ ਜਾਂਦਾ ਥਾਣੇ ਦੇ ਵਿੱਚ, ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ, ਔਰ ਰਾਤ ਨੂੰ ਜਿਹੜਾ ਕੁੜੀ ਨੂੰ ਵੀ ਮਾਰ ਦਿੱਤਾ ਜਾਂਦਾ, ਜਲਾਇਆ ਜਾਂਦਾ। ਬੜਾ ਦੁੱਖ ਲੱਗਦਾ। ਕੁਛ ਜ਼ਮਾਨਾ ਜਿਹੜਾ ਹੁਣ ਕੁਛ ਲੋਕ ਹੈ ਪੇਟ ਦੇ ਵਿੱਚ ਹੀ ਜਿਹੜੇ ਬੱਚੇ ਨੂੰ, ਜਿਹੜੇ ਧੀ ਨੂੰ ਪਤਾ ਲੱਗਦਾ ਕਿਤੇ ਹਸਪੀਟਲੋਂ ਪਤਾ ਲੱਗਦਾ ਵੀ ਇਹ ਧੀ ਹੈ, ਉਹਨੂੰ ਮਾਰਿਆ ਜਾਂਦਾ ਗਰਭ ਦੇ ਵਿੱਚ। ਬੜਾ ਦੁੱਖ ਲੱਗਦਾ। ਕਾਰਨ ਕੀ ਹੈ? ਜੇ ਧੀਆਂ ਨਾ ਹੋਣਗੀਆਂ ਤਾਂ ਇਹ ਸੰਸਾਰ ਕਿੱਥੋਂ ਚੱਲੇਗਾ? ਅੱਜ ਜਿਹੜਾ ਜ਼ਮਾਨਾ, ਆਪਾਂ ਕਰਦੇ ਕੀ, ਇੱਕ ਮੁੰਡਾ ਵਿਆਹ ਲੈਂਦੇ ਹਾਂ, ਜਿਹੜੇ ਨੂੰਹ ਘਰ ਆ ਜਾਂਦੀ ਹੈ ਤਾਂ ਉਹ ਗਿੱਲ ਸਾਹਿਬ ਨੇ ਦੱਸਿਆ ਵੀ ਉਹਦੇ ਵਿੱਚ ਅਸੀਂ ਗੁਣ ਘੱਟ ਦੱਸਦੇ, ਅਵਗੁਣ ਬਹੁਤ ਦੱਸਦੇ ਹਾਂ। ਪਰ ਜਿਹੋ ਜਿਹਾ ਉਹ ਆਪਣੇ ਮਾਂ ਪਿਓ ਦਾ ਘਰ ਛੱਡ ਕੇ ਆਈ ਹੁੰਦੀ ਹੈ, ਅੱਗੇ ਵੀ ਉਹੀ ਮਾਂ ਪਿਓ ਦਾ ਜਿਹੜਾ ਘਰ ਹੈ ਉਹ ਸਵਾਰਦੀ ਹੈ। ਸਵੇਰੇ ਆਪਾਂ ਤੜਕੇ ਉੱਠਦੇ ਹਾਂ, ਜਦੋਂ ਬੱਚਾ ਉੱਠਦਾ ਤੜਕੇ ਉੱਠਦਾ ਤਾਂ ਆਵਾਜ਼ ਮਾਰਦਾ, ਮੰਮੀ ਚਾਹ ਬਣਾਈ। ਔਰਤ ਜਿਹੜੀ ਇੱਕ ਹੈ, ਜਿਹੜੀ ਔਰਤ ਹੈ, ਔਰਤ ਧੀ ਵੀ ਹੈ, ਮਾਂ ਵੀ ਹੈ, ਔਰਤ ਵੀ ਹੈ, ਸਭ ਕੁਝ ਜੰਨੀ ਵੀ ਹੈ। ਪਰ ਸਾਡੇ ਜਿਹੜੇ ਕੁਝ ਗਲਤ ਆਨਸਰ ਜਿਹੜੇ ਹੈ, ਉਹ ਔਰਤ ਨੂੰ ਜਿਹੜਾ ਸਾਡਾ ਜਿਹੜਾ ਸਮਾਜ ਹੈ, ਔਰਤ ਨੂੰ ਇੰਨਾ ਦਰਜਾ ਨਹੀਂ ਦਿੱਤਾ ਜਾ ਰਿਹਾ। ਪਰ ਸਾਡੀਆਂ ਭੈਣਾਂ ਪੜ੍ਹੀਆਂ ਲਿਖੀਆਂ, ਮੈਂ ਅਖਬਾਰ ਦੇ ਵਿੱਚ ਪਰਸੋਂ ਪੜ੍ਹਿਆ, ਸਾਡੀ ਇੱਕ ਦਸੂਹੇ ਦੀ ਜੱਜ ਬਣੀ ਕੁੜੀ, ਬੜਾ ਮਨ ਖੁਸ਼ ਹੋਇਆ। ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ, YouTube ਵਿੱਚ ਵੀ ਕਿਤੇ ਦੇਖਦੇ ਹੋਵੋਗੇ, ਇੱਕ ਜਿਹੜੀ ਲੜਕੀ ਬਾਪ ਦੀ ਹੈ, ਉਹ ਵਿਚਾਰੀ ਕੀ ਕਰਦੀ ਹੈ, ਦਿਹਾੜੀਆਂ ਲਾਉਂਦੀ ਵਿਚਾਰੀ, ਔਰ ਹੌਲੀ ਹੌਲੀ ਉਹ ਦਿਹਾੜੀ ਦਾ ਵੀ ਕੰਮ ਕਰਦੀ, ਪੜ੍ਹਦੀ ਵੀ ਹੈ। ਅੱਜ ਉਹਦੇ ਹਾਲਾਤ ਇਹ ਹੈ ਕਿ ਉਹ ਜੱਜ ਬਣ ਗਈ। ਕਿੰਨੇ ਮਾਣ ਦੀ ਗੱਲ ਹੈ। ਔਰਤ ਜਿਹੜੀ ਹੈ, ਇਹਨੂੰ ਸਨਮਾਨ ਦੇਣਾ ਸਾਡਾ ਫਰਜ਼ ਬਣਦਾ। ਜੇ ਆਪਾਂ ਸਨਮਾਨ ਨਹੀਂ ਦਿਆਂਗੇ ਤਾਂ ਜਿਹੜਾ ਆਉਣ ਵਾਲਾ ਸਾਡਾ ਜਿਹੜਾ ਸਮਾਂ ਬਹੁਤ ਹੀ ਮਾੜਾ ਆ ਰਿਹਾ। ਮੈਂ ਆਪਣੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਸਾਥੀਓ, ਗੱਲ ਇੱਥੇ ਨਹੀਂ ਮੁੱਕਦੀ। ਗੱਲ ਜਿਹੜੀ ਹੈ ਪੰਜਾਬ ਸਬਆਰਡੀਨੇਟ ਸਰਵਿਸ ਫੈਡਰੇਸ਼ਨ ਜਿਹੜੀ ਹੈ, ਇਹ ਸਾਡਾ ਇਕੱਲਾ ਆਸ਼ਾ ਵਰਕਰਾਂ ਦਾ ਅਦਾਰਾ ਨਹੀਂ ਹੈ, ਇਹ ਇਕੱਲਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦਾ ਅਦਾਰਾ ਨਹੀਂ ਹੈ, ਇਹ ਸਾਡਾ ਮਾਸਟਰਾਂ ਦਾ ਕੋਈ ਅਦਾਰਾ ਨਹੀਂ ਹੈ। ਇਹ ਅਦਾਰਾ ਸਾਡਾ ਘੱਟੋ ਘੱਟ 17, 18, 20 ਟ੍ਰੇਡ ਯੂਨੀਅਨ ਦਾ ਜਿਹੜਾ ਇੱਕ ਅਦਾਰਾ ਫੈਡਰੇਸ਼ਨ ਹੈ। ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਬੜਾ ਕੁਝ ਕਿਹਾ, ਬੜਾ ਕੁਝ ਦੱਸਿਆ। ਮੈਂ ਇੱਕ ਗੱਲ ਜ਼ਰੂਰੀ ਕਹਿਣਾ ਚਾਹਾਂਗਾ ਸਾਥੀਓ, ਜਦੋਂ ਵੀ ਕੋਈ ਕਾਲ ਆਉਂਦੀ ਹੈ, ਚਾਹੇ ਉਹ ਕਾਲ ਕੋਈ ਵੀ ਹੋਵੇ, ਉੱਥੇ ਪਹੁੰਚਣਾ ਜਿਹੜਾ ਜ਼ਰੂਰੀ ਹੈ। ਜੇ ਸਮਝੋ ਕਿ ਡਾਕਟਰ ਪ੍ਰਮੋਦ ਗਿੱਲ ਜੀ ਹੈਗੇ ਹੈ ਤਾਂ ਉਹ ਆਪਣਾ ਮੇਰਾ ਕੰਮ ਕਰਵਾ ਦੇਣਗੇ, ਨਹੀਂ, ਇੱਦਾਂ ਨਹੀਂ ਹੋ ਸਕਦੀ। ਕਾਰਨ ਇਹ ਹੁੰਦਾ ਵੀ ਸਾਡਾ ਜਿਹੜਾ ਇਕੱਠ ਹੈ, ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ। ਜੇ ਹੁਣ ਮੈਂ ਇਕੱਲਾ ਪੰਜਾਬ ਸਬਆਰਡੀਨੇਟ ਸਰਵਿਸ ਫੈਡਰੇਸ਼ਨ ਦਾ ਬ੍ਰਾਂਚ ਦਸੂਹੇ ਦਾ ਪ੍ਰਧਾਨ ਹੈ, ਮੈਂ ਇਕੱਲਾ ਪ੍ਰਧਾਨ ਨਹੀਂ ਹੈ, ਤੁਸੀਂ ਸਾਰੇ ਹੀ ਪ੍ਰਧਾਨ ਹੋ। ਗੱਲ ਮਹਿਲਾ ਦਿਵਸ ਦੀ ਚੱਲਦੀ ਪਈ ਹੈ। ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਔਰਤ ਜਾਤ ਦਾ ਸਨਮਾਨ ਕਰਨਾ ਚਾਹੀਦਾ। ਜੇ ਅਸੀਂ ਆਪਣੀ ਮਾਤਾ ਦਾ, ਆਪਣੀ ਧੀ ਦਾ, ਆਪਣੀ ਭੈਣ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਸਾਨੂੰ ਇਸ ਜਨਮ ਦੇ ਵਿੱਚ ਜਿਹੜਾ ਹੈ ਉਹ ਰਹਿਣ ਦਾ ਕੋਈ ਫਾਇਦਾ ਨਹੀਂ ਹੈ। ਇਸ ਯੁੱਗ ਦੇ ਵਿੱਚ ਸਵੇਰੇ ਬੱਚਾ ਉੱਠਦਾ, ਕਹਿੰਦਾ ਮੰਮੀ ਚਾਹ ਬਣਾ, ਕਿਹਨੂੰ ਆਵਾਜ਼ ਮਾਰਦੇ ਆ? ਮਾਂ ਆਪਣੀ ਨੂੰ ਮਾਰਦੇ ਆਵਾਜ਼, ਮੰਮਾ ਚਾਹ ਬਣਾ। ਉਸ ਤੋਂ ਬਾਅਦ ਇਨਸਾਨ ਜਿਹੜਾ ਉਹਦਾ ਬੰਦਾ ਹੁੰਦਾ, ਉਹ ਆ ਜਾਂਦਾ, ਕਹਿੰਦਾ ਵੀ ਰੋਟੀ ਬਣਾਈ। ਕਈ ਰੋਟੀ ਵੀ ਬਣਾਈ ਹੁੰਦੀ ਔਰਤ ਨੇ, ਫਿਰ ਉਹਨੇ ਕੰਮ 'ਤੇ ਵੀ ਜਾਣਾ, ਬੰਦੇ ਨੇ ਉਹਨੂੰ ਰੋਟੀ ਬਣਾ ਕੇ ਵੀ ਦੇਣੀ, ਫਿਰ ਕੱਪੜੇ ਵੀ ਧੋਣੇ, ਘਰ ਦਾ ਇਹ ਤੋਂ ਲੈ ਕੇ ਰਾਤ ਤੱਕ, ਜਦੋਂ ਤੱਕ ਉਹ ਵਿਚਾਰੀ ਸੌਂਦੀ ਨਹੀਂ ਹੈ ਉਦੋਂ ਤੱਕ ਕਦੀ ਭਾਂਡੇ ਮਾਂਜ, ਕੱਪੜੇ ਧੋ, ਕਦੀ ਨਿਆਣਿਆਂ ਦੇ ਧੋ, ਕਦੀ ਬੰਦੇ ਦੇ ਧੋ। ਕੋਈ ਰਿਸ਼ਤੇਦਾਰ ਆ ਜਾਂਦਾ, ਕੋਈ 4-5 ਬੰਦੇ ਰਿਸ਼ਤੇਦਾਰ ਆ ਜਾਂਦੇ, ਉਹਨਾਂ ਨੂੰ ਵੀ ਰੋਟੀ ਪਾਣੀ ਬਣਾਉਣਾ ਪੈਂਦਾ। ਤਾਂ ਜਿਹੜਾ ਕੋਈ ਨਸ਼ੇੜੀ ਹੋਵੇ, ਸ਼ਰਾਬੀ ਹੋਵੇ, ਔਰਤ ਸਾਰੀ ਦਿਹਾੜੀ ਵਿਚਾਰੀ ਕੰਮ ਕਰਦੀ ਹੋਵੇ
ਤਾਂ ਸ਼ਾਮ ਨੂੰ ਉਹਨੂੰ ਕੁੱਟਮਾਰ ਗਾਲਾਂ ਕੱਢੀਆਂ ਜਾਣ, ਉਹਦੀ ਮਾਵਾਂ ਭੈਣ ਦੀਆਂ ਗਾਲਾਂ ਕੱਢੀਆਂ ਜਾਣ। ਲੱਖ ਲਾਹਨਤ ਹੈ ਉਸ ਇਨਸਾਨਾਂ ਨੂੰ ਜਿਹੜਾ ਔਰਤ ਦੀ ਕਦਰ ਨਹੀਂ ਕਰਦਾ। ਅੱਜ ਹਾਲਾਤ ਜੇ ਆਪਾਂ ਭਾਸ਼ਣ ਦੇਣਾ ਸ਼ੁਰੂ ਕਰ ਦਈਏ ਬਹੁਤ ਲੰਮਾ ਦੇ ਸਕਦੇ ਹਾਂ, ਪਰ ਸਮਾਂ ਥੋੜ੍ਹਾ ਘੱਟ ਹੈ, ਕਿਉਂਕਿ ਮੈਨੂੰ ਤਾਂ ਗਿੱਲ ਨੂੰ ਬੜਾ ਇੱਕ ਜ਼ਰੂਰੀ ਕੰਮ ਹੈ, ਅਸੀਂ ਉੱਥੇ ਜਾਣਾ। ਉਹਨਾਂ ਨੂੰ ਵੀ ਟਾਈਮ ਅਸੀਂ 2 ਵਜੇ ਦਾ ਦਿੱਤਾ, ਪੌਣੇ 3 ਵੱਜ ਗਏ ਹੈ। ਅੱਜ ਜਿਹੜਾ ਦਸੂਹੇ ਦੀ ਧਰਤੀ 'ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ, ਇਹਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ, ਖਾਸ ਕਰਕੇ ਸਾਡੀਆਂ ਆਸ਼ਾ ਵਰਕਰ ਭੈਣਾਂ ਨੂੰ, ਮਿਡ ਡੇ ਮੀਲ ਵਾਲੀਆਂ ਨੂੰ, ਔਰ ਜਿਹੜੇ ਮੇਰੇ ਸਾਥੀ ਆਏ ਹੈ। ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਵੀ 10 ਤਰੀਕ ਨੂੰ ਭੁੱਖ ਹੜਤਾਲ 'ਤੇ ਪੰਜਾਬ ਸਟੂਡੈਂਟ ਸਰਵਿਸ ਫੈਡਰੇਸ਼ਨ ਭੁੱਖ ਹੜਤਾਲ 'ਤੇ ਆਪਾਂ ਜਾਣਾ। ਉਹ ਇਹ ਨਾ ਸੋਚਣ ਵੀ ਆਪਾਂ ਭੁੱਖ ਹੜਤਾਲ 'ਤੇ ਜਾਣਾ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਬਹਿਣਾ। ਉਹ ਕਿਹਦੇ ਕਰਕੇ ਬਹਿਣਾ? ਜਿਹੜੇ ਆ 1500, 800, 1000, 2000 ਭੈਣਾਂ ਨੂੰ ਮਿਹਨਤਾਨਾ ਮਿਲਦਾ, ਉਹ ਬੜਾ ਘੱਟ ਮਿਹਨਤਾਨਾ ਮਿਲਦਾ ਪਿਆ। ਸਾਥੀ ਸਾਡੀਆਂ ਦਾ DA ਪੇ ਕਮਿਸ਼ਨ ਦੀਆਂ ਰਿਪੋਰਟ ਉਹ ਲਾਗੂ ਨਹੀਂ ਕਰ ਰਿਹਾ ਸਰਕਾਰ। ਆ ਸਾਡੇ ਇੱਕ ਸਾਥੀ ਨੇ ਦੱਸਿਆ ਵੀ 1500 ਰੁਪਈਆ ਜਿਹੜੀ ਪੈਨਸ਼ਨ ਹੈ ਉਹ ਕਰ ਦਿੱਤੀ ਹੈ। ਇਹ ਅਸੀਂ ਆਪਣੀ ਭਿੱਖ ਨਹੀਂ ਮੰਗਦੇ ਸਰਕਾਰ ਕੋਲੋਂ, ਅਸੀਂ ਆਪਣਾ ਹੱਕ ਮੰਗਦੇ ਹਾਂ। ਦੂਜੇ ਪਾਸੇ ਇਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਭੈਣਾਂ ਨੂੰ, ਔਰਤ ਜਾਤ ਨੂੰ ਜਿਹੜੀ ਹੈ ਫਰੀ ਜਿਹੜਾ ਸਫ਼ਰ, ਲੱਖ ਲਾਹਨਤ ਹੈ ਇਹੋ ਜਿਹੀ ਸਰਕਾਰ ਨੂੰ। ਫਰੀ ਸਫ਼ਰ ਸਾਡੀਆਂ ਭੈਣਾਂ ਕਿਹੜੀਆਂ ਜਾਣਗੀਆਂ? ਰਾਜਧਾਨੀ ਵਾਲੇ ਸਾਡੇ ਕੋਲੋਂ ਕਿਰਾਇਆ ਲੈਣਗੇ, ਹੋਰ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹ ਕਿਰਾਇਆ ਲੈਣਗੀਆਂ, ਪਰ ਜਿਹੜੇ ਰੋਡਵੇਜ਼ ਦੀ ਹੈ ਉਹ ਤਾਂ ਉਹਨਾਂ ਨੇ ਬੰਦ ਹੀ ਕਰ ਦਿੱਤੀ ਹੈ। ਕਿਉਂਕਿ ਜਿਹੜੀ ਰੋਡਵੇਜ਼ ਸਰਕਾਰ ਦੀ ਸੀ ਉਹ ਬੰਦ ਕਰਕੇ ਇਹਨਾਂ ਬਾਦਲਾਂ ਨੇ, ਇਹਨਾਂ ਕੈਪਟਨਾਂ ਨੇ, ਇਹਨਾਂ ਸਰਮਾਏਦਾਰਾਂ ਨੇ ਆਪਣੀਆਂ ਬੱਸਾਂ ਚਾਲੂ ਜਿਹੜੀਆਂ ਕਰ ਲਈਆਂ। ਸਾਡੀਆਂ ਭੈਣਾਂ ਜਿਹੜੀਆਂ ਰੋਡਵੇਜ਼ ਕਿੱਥੋਂ ਜਾਣਗੀਆਂ? ਸਾਡੀਆਂ ਮਾਵਾਂ ਕਿੱਥੋਂ ਜਾਣਗੀਆਂ? ਆ ਬੁਢਾਪਾ ਪੈਨਸ਼ਨ ਦੀ ਗੱਲ ਲੈ ਲਓ, 750 1500 ਕਰਤੀ, ਜਿਹੜੇ ਬੜੀ ਬੱਲ ਮਾਰ ਦਿੱਤੀ। ਜਦੋਂ ਇਹਨਾਂ ਨੇ ਵੋਟਾਂ ਲੈਣੀਆਂ, ਹੁਣ ਥੋੜ੍ਹਾ ਸਮਾਂ ਰਹਿ ਗਿਆ ਵੋਟਾਂ ਵਿੱਚ, ਇਹਨਾਂ ਨੇ ਹਰੇ ਸਬਜ਼ਬਾਜ਼ ਦਿਖਾਣਾ ਸਾਨੂੰ। ਆਸ਼ਾ ਵਰਗ ਭੈਣਾਂ ਨੂੰ ਕਹਿਣਾ ਤੁਹਾਨੂੰ ਰੈਗੂਲਰ ਕਰ ਦਿਆਂਗੇ ਜੀ, ਕਿਉਂਕਿ ਵੋਟਾਂ ਲੈਣੀਆਂ। ਫਿਰ ਕਹਿੰਦੇ ਨੇ ਤੁਹਾਡੀ ਤਨਖਾਹ ਇੰਨੀ ਵਧਾ ਦਿਆਂਗੇ ਜੀ, ਵੋਟਾਂ ਲੈਣੀਆਂ। ਅਸੀਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੈਂ ਨੌਕਰੀ ਕਰਦਾ, 15 ਸਾਲ ਕੱਚੀ ਨੌਕਰੀ ਕੀਤੀ, 16ਵੇਂ ਸਾਲ ਜਾ ਕੇ ਰੈਗੂਲਰ ਕਨਫਰਮ ਹੋਏ। ਅਸੀਂ ਕੋਈ ਭਿੱਖ ਨਹੀਂ ਮੰਗਦੇ ਸੀ, ਅਸੀਂ ਵੀ ਸੰਘਰਸ਼ਾਂ ਦੌਰਾਨ ਹੀ ਰੈਗੂਲਰ ਹੋਏ ਹਾਂ। 2011 ਦੇ ਵਿੱਚ ਮੇਰੇ ਭਰਾ ਬੈਠੇ ਹੈ, 2011 ਦੇ ਵਿੱਚ ਰੈਗੂਲਰ ਹੋਏ। ਇਹ ਵੀ ਇੱਕ ਜਥੇਬੰਦੀ ਦੀ ਦੇਣ ਹੈ। ਜਦੋਂ ਚੰਡੀਗੜ੍ਹ ਦੇ ਵਿੱਚ ਪੱਗਾਂ ਲੱਥੀਆਂ ਗਈਆਂ, ਸਾਡੀਆਂ ਭੈਣਾਂ ਦੇ ਵਿਚਾਰਾਂ ਜਿਹੜੀਆਂ ਪਾਣੀ ਦੀਆਂ ਮਾਰੀਆਂ ਗਈਆਂ, ਇਹਨਾਂ ਸਰਕਾਰਾਂ ਨੇ ਸਿਰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦਣ ਹੀ ਇਹਨਾਂ ਨੇ ਕੋਈ ਸ਼ੋਸ਼ਾ ਛੱਡਣਾ ਹੁੰਦਾ। ਹੋਰ ਦੇਖਿਓ ਥੋੜ੍ਹੇ ਦਿਨਾਂ ਤੱਕ ਤੁਹਾਡੇ ਅੱਗੇ ਹੱਥ ਜੋੜਨਗੇ ਸਾਰੇ, ਭੈਣ ਜੀ ਖਿਆਲ ਰੱਖਿਓ, ਭਾਜੀ ਖਿਆਲ ਰੱਖਿਓ। ਖਿਆਲ ਕਿਸੇ ਨੇ ਨਹੀਂ ਰੱਖਣਾ, ਖਿਆਲ ਤਾਂ ਅਸੀਂ ਰੱਖ ਲੈਣਾ, ਸਾਡੀ ਵੋਟ ਹੈ, ਅਸੀਂ ਪਾ ਦੇਣੀ ਹੈ, ਪਰ 5 ਸਾਲ ਤੋਂ ਬਾਅਦ ਇਹਨਾਂ ਨੇ ਸਾਡਾ ਨਾਂ ਤੱਕ ਨਹੀਂ ਪੁੱਛਣਾ। ਜਦੋਂ ਸਾਨੂੰ ਕੋਈ ਕੰਮ ਹੋਵੇ ਨਾ, ਫਿਰ ਕਹਿੰਦੇ ਯਾਰ ਤੁਸੀਂ ਫਲਾਣਾ ਪਿੰਡ ਦਾ ਸਰਪੰਚ ਲੈ ਕੇ ਆਇਓ ਨਾਲ। ਉਸ ਵੇਲੇ ਪਿੰਡ ਦਾ ਜਦੋਂ ਵੋਟਾਂ ਮੰਗਣ ਆਏ, ਉਸੇ ਪਿੰਡ ਦਾ ਸਰਪੰਚ ਲਿਆਂਦਾ ਸੀ ਨਾਲ। ਇੱਕ ਕਰਦੀਆਂ 7 ਵੋਟਾਂ। ਅੱਜ ਹਾਲਾਤ ਕੀ ਹੈ? ਜਿਹੜੇ ਸਾਡੇ ਬੇਰੁਜ਼ਗਾਰ ਭਰਾ, ਉਹਨਾਂ ਨੂੰ ਵੀ ਇਹਨਾਂ ਨੇ ਸਬਜ਼ਬਾਗ ਦਿਖਾਣੇ ਹੈ। ਬਿਨਾਂ ਸ਼ਰਾਬ ਤੋਂ, ਬਿਨਾਂ ਨਸ਼ੇ ਤੋਂ ਆਪਾਂ ਵੋਟ ਪਾ ਕੇ ਦੇਖੀਏ ਤਾਂ ਬੜਾ ਮਜ਼ਾ ਆਏਗਾ। ਸਾਡੇ ਜਿਹੜੇ ਕੁਝ ਸਾਥੀ ਹੈ ਜਾਂ ਸਾਡੇ ਲੋਕ ਹੈ, ਉਹ ਕਰਦੇ ਕੀ ਹੈ? ਸ਼ਰਾਬਾਂ ਪੀ ਕੇ, ਹੋਰ ਨਸ਼ੇ ਲੈ ਕੇ ਵੋਟਾਂ ਪਾਉਂਦੇ, 5 ਸਾਲ ਫਿਰ ਉਹ ਜੁੱਤੀਆਂ ਖਾਂਦੇ ਨੇ। ਅੱਜ ਅਸੀਂ ਜਿੰਦਾਬਾਦ ਮੁਰਦਾਬਾਦ ਕਰਦੇ ਹਾਂ, ਕਿਹਦੀ ਕਰਦੇ ਹਾਂ? ਆਪਣੇ ਸਾਥੀਆਂ ਭੈਣਾਂ ਕਰਕੇ ਕਰਦੇ ਹਾਂ। ਸੰਘਰਸ਼ ਕਰਨੇ ਪੈਂਦੇ ਹੈ। ਅੱਜ ਸਾਡੀ ਜ਼ਿਲ੍ਹੇ ਦੀ ਚੋਣ ਹੋਈ, ਉੱਥੇ ਜਦੋਂ ਜ਼ਿਲ੍ਹੇ ਦੀ ਚੋਣ ਹੋਈ ਆਪਾਂ ਉੱਥੇ ਬਾਈਕਾਟ ਕੀਤਾ। ਮੈਨੂੰ ਪੁੱਛਿਆ, ਮੈਂ ਕੀਤਾ ਬਾਈਕਾਟ, ਮੈਨੂੰ ਪੁੱਛਿਆ ਗਿਆ ਵੀ ਸਾਥੀ ਜੀ ਤੁਸੀਂ ਬਾਈਕਾਟ ਕਿਉਂ ਕੀਤਾ? ਮੈਂ ਇੱਕ ਗੱਲ ਕਹੀ ਵੀ ਜਦੋਂ ਇਹ ਮੈਨੂੰ ਬੰਦਾ ਚੰਗਾ ਨਹੀਂ ਲੱਗਦਾ ਮੈਂ ਬਾਈਕਾਟ ਕਰਨਾ। ਮੇਰੇ ਸਾਥੀ ਹੋਰ 5 ਬ੍ਰਾਂਚਾਂ ਦੇ ਖੜੇ ਹੋ ਗਏ ਵੀ ਜੋ ਪ੍ਰਧਾਨ ਜੀ ਨੇ ਕਿਹਾ ਆਪਾਂ ਵੀ ਬਾਈਕਾਟ ਕਰਦੇ ਹਾਂ। ਜਿਹੜਾ ਬੰਦਾ ਚੰਗਾ ਹੈ ਉਹਨੂੰ ਚੁਣਿਆ ਜਾਵੇ, ਉਹ ਕੰਮ ਕਰਾਵੇ ਲੋਕਾਂ ਦੇ। ਜਿੱਦਾਂ ਹੁਣ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਮੋਦ ਗਿੱਲ ਜੀ ਹੈ, ਇਹਨਾਂ ਨੂੰ ਦਿਨ ਰਾਤ ਆਪਾਂ ਕੰਮ ਕਹੀਏ ਵੀ ਭਰਾ ਜੀ ਇਹ ਕੰਮ ਕਰਨਾ, ਉਹ ਆਪਣੀ ਸਭ ਤੋਂ ਪਹਿਲਾਂ ਇਹ ਨਹੀਂ ਦੇਖਣਗੇ ਵੀ ਮੇਰਾ ਘਰ ਹੈ, ਉਹ ਦੇਖਣਗੇ, ਕਹਿਣਗੇ ਵੀ ਚਲੋ ਯਾਰ ਆਪਾਂ ਛੱਡਿਆ ਸਾਰਾ ਘਰ ਦਾ ਕੰਮ, ਆਪਾਂ ਕੰਮ ਕਰਾਈਏ ਜਾ ਕੇ। ਸੋ ਗੱਲ ਇਹ ਹੈ ਵੀ ਆਪਣਾ ਕੰਮ ਛੱਡ ਕੇ ਜਿਹੜਾ ਇਨਸਾਨ ਕੰਮ ਕਰਦਾ ਉਹ ਕਾਮਯਾਬ ਜ਼ਿੰਦਗੀ ਵਿੱਚ ਹੁੰਦਾ। ਬਾਕੀ ਸਾਡੇ ਵੀਰ ਜਲੋਟਾ ਸਾਹਿਬ ਜੀ ਨੇ ਬੜੀ ਵਧੀਆ ਜਿਹੜਾ ਗੀਤ ਸੁਣਾਇਆ। ਮੈਂ ਬੈਠਾ ਰੋਣ ਲੱਗ ਪਿਆ, ਮੇਰੇ ਅੰਦਰ ਵਿੱਚ ਮਨ ਦੇ ਵਿੱਚ ਰੋਣ ਆਉਂਦਾ ਪਿਆ ਸੀ ਵੀ ਧੀਆਂ ਮੇਰੀਆਂ 2 ਪੋਤੀਆਂ, ਮੈਂ ਆਪਣੀ ਗੱਲ ਅੰਦਰੂਨੀ ਗੱਲ ਕਰਦਾ, ਜਦੋਂ ਮੇਰੀ ਪਹਿਲੀ ਪੋਤੀ ਹੋਈ ਤਾਂ ਮੈਂ ਬੜਾ ਖੁਸ਼ ਹੋਇਆ। ਔਰ 1 ਜਨਵਰੀ ਨੂੰ ਪੋਤੀ ਮੇਰੇ ਹੋਈ, ਔਰ 13 ਤਰੀਕ ਨੂੰ ਆਪਾਂ ਲੋਹੜੀ ਪਾਈ, ਪੂਰਾ ਪਿੰਡ ਸੱਦਿਆ।
ਲੜਕਿਆਂ ਦੀ ਲੋਹੜੀ ਪਾਈ ਜਾਂਦੀ ਹੈ ਪਰ ਕੁੜੀਆਂ ਦੀ ਕੌਣ ਲੋਹੜੀ ਪਾਉਂਦਾ। ਬੜੀ ਮਾੜੀ ਗੱਲ ਹੈ। ਜਿਹੜੀਆਂ ਬੇਟੀਆਂ ਇਹ ਵੀ ਬੇਟੇ ਹੀ ਹੈ। ਜੇ ਆਪਾਂ ਹੁਣ ਬਿਮਾਰ ਹੋ ਜਾਈਏ ਤਾਂ ਪਾਣੀ ਮੰਗੀਏ, ਬੇਟਾ ਸਾਨੂੰ ਪਾਣੀ ਦਾ ਇੱਕ ਗਲਾਸ ਚਾਹੀਦਾ, ਪੁੱਤਰ ਮੈਨੂੰ ਪਾਣੀ ਦਾ ਗਲਾਸ ਦੇ। ਉਹ ਕਹਿੰਦਾ ਇਹਦਾ ਬਾਪੂ ਦਾ ਦਿਮਾਗ ਖਰਾਬ ਹੈ, ਐਵੇਂ ਪਾਣੀ ਮੰਗੀ ਜਾਂਦਾ। ਤਾਂ ਜਿਹੜੀ ਧੀ ਹੈ ਨਾ ਉਹ ਕਹਿੰਦੀ ਡੈਡੀ ਜੀ ਠੰਡਾ ਪੀਣਾ ਪਾਣੀ ਜਾਂ ਗਰਮ ਪੀਣਾ। ਦੇਖੋ ਤੁਸੀਂ ਅੱਜ ਦੇ ਹਾਲਾਤ, ਜੇ ਜਦੋਂ ਆਪਾਂ ਧੀ ਤੋੜ ਦਿੰਦੇ ਹਾਂ ਤਾਂ ਧੀ ਨੂੰ ਆਪਾਂ ਇਹ ਸਿੱਖਿਆ ਦਿੰਦੇ ਹਾਂ, ਧੀਏ ਜਿੱਦਾਂ ਦਾ ਮਾਂ ਬਾਪ ਤੂੰ ਇਹ ਛੱਡ ਕੇ ਚੱਲੀ ਹੈ ਅੱਗੇ ਵੀ ਮਾਂ ਬਾਪ ਤੈਨੂੰ ਮਿਲਣਾ, ਪਰ ਪਿਆਰ ਭਾਵਨਾ ਰਹੀ। ਇਹ ਨਾ ਹੋਵੇ ਵੀ ਸਾਡੀ ਜਿਹੜੀ ਮਿੱਟੀ ਹੈ ਉਹ ਪਲੀਤ ਕਰਾਈ। ਅੱਜ ਦੇ ਹਾਲਾਤਾਂ ਵਿੱਚ ਕੀ ਹੈ, ਆਪਾਂ ਕਰਦੇ ਕੀ ਹੈ? ਸਾਡੇ ਘਰ ਦੇ ਵਿੱਚ ਕੀ ਬੈੱਡ ਨਹੀਂ ਹੈ? ਸਾਡੇ ਘਰ 'ਚ ਭਾਂਡੇ ਨਹੀਂ ਹੈ? ਮੈਂ ਆਪਣਾ ਛੋਟਾ ਬੇਟਾ ਵਿਆਹ, ਤੁਹਾਨੂੰ ਆਪਣੀ ਮੈਂ ਗੱਲ ਦੱਸਦਾ, ਮੇਰਾ ਸਾਥੀ ਇੱਥੇ ਬੈਠਾ, ਮੈਂ ਇੱਕ ਸੂਈ ਤੱਕ ਨਹੀਂ ਲਈ ਕਿਉਂਕਿ ਸਾਡੇ ਘਰ ਦੇ ਵਿੱਚ ਸਭ ਕੁਝ ਪਿਆ ਹੋਇਆ। ਅਸੀਂ ਕਿਸੇ ਨੂੰ ਤੰਗ ਕਰਕੇ ਕਰਜ਼ਾ ਚੁੱਕ ਕੇ ਕਿਉਂ ਲਈਏ ਉਹਦੇ ਕੋਲੋਂ? ਕਿਉਂਕਿ ਸਾਡੇ ਬੇਟੀ ਨਹੀਂ ਜੰਮੀ, ਸਾਡੇ ਮੇਰੇ ਵੀ ਇੱਕ ਬੇਟੀ ਹੈ, ਆਪਾਂ ਵੀ ਸਭ ਕੁਝ ਕੀਤਾ, ਲੇਕਿਨ ਕਿਉਂ? ਜਿਹੜਾ ਅੱਜ ਦਾ ਯੁੱਗ ਹੈ, ਲੋਕ ਜਿਹੜੇ ਲੋਕਾਂ ਦੇ ਢਿੱਡ ਨਹੀਂ ਭਰਦੇ। ਤੁਸੀਂ ਮੇਰੀਆਂ ਭੈਣਾਂ ਬੈਠੀਆਂ ਘਰਾਂ ਵਿੱਚ, ਲੋਕਾਂ ਨੂੰ ਆਂਢ ਗੁਆਂਢ ਸਮਝਾਓ ਕਿ ਸਾਡੇ ਘਰ ਜੇ 4 ਭਾਂਡੇ ਖਾਣ ਵਾਸਤੇ ਹੈ ਤਾਂ 5ਵਾਂ ਆਪਣੇ ਆਪ ਆ ਜਾਏਗਾ, ਕਿਉਂਕਿ ਰਿਸ਼ਤੇਦਾਰ ਵੀ ਆਂਦਾ ਹੀ ਹੈ। ਆਪਾਂ ਕਿਉਂ ਲਈਏ ਦਾਜ? ਦਾਜ ਨੂੰ ਲਾਹਨਤ ਪਾਈਏ, ਔਰਤਾਂ ਦਾ ਸਨਮਾਨ ਕਰੀਏ, ਇਹ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈ। ਮੈਂ ਸਾਰਿਆਂ ਦਾ ਅੱਜ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ, ਜੈ ਹਿੰਦ। ਸਾਨੂੰ ਸਰਕਾਰ ਨੇ 2008 ਵਿੱਚ ਸੋਸ਼ਲ ਵਰਕ ਸਮਾਜ ਸੇਵਿਕਾ ਦੇ ਤੌਰ ਤੇ ਰੱਖਿਆ ਸੀ ਤੇ ਅਸੀਂ ਅੱਜ ਤੱਕ ਸਮਾਜ ਸੇਵਾ ਹੀ ਕਰ ਰਹੇ ਹਾਂ। ਸਾਡਾ ਕੋਈ ਵੀ ਮਤਲਬ ਕਿ ਅੱਜ ਤੱਕ ਨਾ ਤਨਖਾਹ, 10-12 ਸਾਲ ਹੋ ਗਏ ਸਾਨੂੰ, ਕੋਈ ਸਾਨੂੰ ਪੱਕੀ ਤਨਖਾਹ ਨਹੀਂ ਲਾਈ ਉਹਨਾਂ ਨੇ। ਕੰਮ ਸਾਨੂੰ ਇੰਨੇ ਦਿੰਦੇ ਆ ਸਾਲ ਵਿੱਚ ਕਿ ਸਾਰੇ ਸੋਸ਼ਲ ਦੇ ਤੌਰ ਤੇ ਸਾਰੇ ਕੰਮ ਵਿੱਚ, ਜਿੱਦਾਂ ਜਿਹੜਾ ਕੰਮ ਕੋਈ ਡਾਕਟਰ ਦਾ ਵੀ ਹੋਵੇ ਉਹ ਵੀ ਸਾਨੂੰ ਕਹਿ ਦਿੰਦੇ ਆ। ਦੇਖੋ ਹੁਣ ਸਾਨੂੰ ਸਲਾਈਡਾਂ ਦਾ ਕੰਮ, ਕੋਈ ਕਿਸੇ ਨੂੰ ਟ੍ਰੇਨਿੰਗ ਨਹੀਂ, ਕੋਈ ਕੁਛ ਨਹੀਂ। ਐਸਐਮ ਨੇ ਚਿੱਠੀ ਕੱਢ ਦਿੱਤੀ ਕਿ ਤੁਸੀਂ ਸਲਾਈਡਾਂ ਦਾ ਕੰਮ ਕਰਨਾ ਆ। ਅਸੀਂ ਆਪਣੀਆਂ ਕੁਝ ਭੈਣਾਂ ਨੂੰ ਇਕੱਠੇ ਕਰਕੇ ਐਸਐਮ ਨੂੰ ਬੁਲਾ ਕੇ ਮੰਗ ਪੱਤਰ ਦਿੱਤਾ ਵੀ ਅਸੀਂ ਇਹ ਕੰਮ ਨਹੀਂ ਕਰਨਾ। ਦੇਖੋ ਜੇ ਆਪਾਂ ਆਵਾਜ਼ ਉਠਾਵਾਂਗੇ, ਅੱਗੇ ਹੋ ਕੇ ਤੁਰਾਂਗੇ ਵੀ ਸਾਡਾ ਇਹ ਕੰਮ ਨਹੀਂ, ਅਸੀਂ ਨਹੀਂ ਕਰਨਾ। ਸੋਸ਼ਲ ਕੰਮ ਤਾਂ ਚਲੋ ਜਿਹੜੇ ਸਾਡੇ ਅਸੀਂ ਕਰ ਸਕਦੇ ਆ ਉਹ ਕਰਨੇ ਆ, ਸ਼ੋਸ਼ਣ ਨਹੀਂ ਹੋਣ ਦੇਣਾ। ਸਾਨੂੰ ਇਹੀ ਚਾਹੀਦਾ ਕਿ ਸਾਰੀਆਂ ਭੈਣਾਂ ਜਿੱਦਾਂ ਸਾਡਾ ਅੱਜ ਸਾਥ ਦਿੱਤਾ ਆ, ਇੱਦਾਂ ਹੀ ਸਾਡਾ ਸਾਥ ਦੇਣਾ ਆ ਤੇ ਇੱਦਾਂ ਹੀ ਮਤਲਬ ਕਿ ਸਾਨੂੰ ਅੱਗੇ ਹੋ ਕੇ ਸਰਕਾਰ ਦੇ ਨਾਲ ਆਪਾਂ ਲੜਾਈ ਲੜ ਸਕਦੇ ਆ। ਬਾਕੀ ਭਾਜੀ ਹੁਣਾਂ ਨੇ ਜੋ ਸਪੀਚ ਬੋਲੀ ਆ ਕਿ ਬੇਟੀ ਬਾਰੇ, ਅਸੀਂ ਇੱਕ ਔਰਤ ਹੋ ਕੇ 2 ਘਰ ਸਵਾਰ ਸਕਦੇ ਆ। ਆਪਣੀ ਬੇਟੀ ਨੂੰ ਇੰਨਾ ਕਿ ਆਪਾਂ ਬੋਲਡ ਕਰਨਾ ਕਿ ਕੱਲ੍ਹ ਨੂੰ ਆਪਣਾ ਸ਼ੋਸ਼ਣ ਨਹੀਂ ਹੋਣ ਦੇਣਾ ਤੇ ਆਪਣੀ ਨੂੰਹ ਨੂੰ ਇੱਦਾਂ ਦੇ ਤਰੀਕੇ ਸਿਖਾਉਣੇ ਕਿ ਘਰ ਦੇ ਵਿੱਚ ਮਿਲ ਜੁਲ ਕੇ ਜੇ ਆਪਾਂ ਸਹੀ ਰਵਾਂਗੇ ਉਹਦੇ ਨਾਲ ਤੇ ਸਾਡੀ ਨੂੰਹ ਵੀ ਸਾਡੇ ਨਾਲ ਸਹੀ ਹੋਵੇ। ਧੰਨਵਾਦ। ਇੰਨਾ ਵੱਡਾ ਇਕੱਠ ਮੈਂ ਦੇਖ ਰਹੀ ਹਾਂ ਤੇ ਮੈਂ ਆਸ ਕਰਦੀ ਹਾਂ ਵੀ ਅੱਗੇ ਤੋਂ ਜਿੱਦਾਂ ਵੀ ਕਿਸੇ ਨੂੰ ਬੁਲਾਇਆ ਜਾਵੇ, ਉੱਥੇ ਜਿੱਦਾਂ ਤੁਹਾਨੂੰ ਕੋਈ ਮੈਸੇਜ ਮਿਲਦਾ ਜਾਂ ਤੁਹਾਡੀਆਂ ਹੈੱਡ ਜਾਂ ਮੇਨ ਹੈੱਡ ਤੁਹਾਨੂੰ ਮੈਸੇਜ ਕਰਦੀਆਂ, ਉੱਥੇ ਪਹੁੰਚਿਆ ਕਰੋ। ਕਿਉਂਕਿ ਜਦੋਂ ਤੱਕ ਵੀ ਸਾਡਾ ਇਕੱਠ ਨਹੀਂ ਹੋਏਗਾ ਸਾਡਾ ਕੁਛ ਨਹੀਂ ਬਣਨਾ। ਸਾਨੂੰ ਇਹੀ ਮਤਲਬ ਕਿ ਇਨਸੈਂਟਿਵਾਂ 'ਤੇ ਰੱਖਿਆ ਜਾਣਾ ਹੈ ਤੇ ਅਸੀਂ ਮਤਲਬ ਕਿ 5 ਸਾਲ ਸਾਡੇ 'ਤੇ ਫੇਰ ਸ਼ੋਸ਼ਣ ਹੁੰਦਾ ਜਾਣਾ। ਤੇ ਜਿਹੜਾ ਇਹ ਸ਼ੋਸ਼ਣ ਹੈ ਅਸੀਂ ਕਿੱਦਾਂ ਬੰਦ ਕਰਾਂਗੇ? ਜੇ ਅਸੀਂ ਲੜਾਂਗੇ ਤੇ ਲੜਨ ਲਈ ਸਾਨੂੰ ਕੋਈ, ਅਸੀਂ ਲੜਨਾ ਸਰਕਾਰ ਨਾਲ ਹੈ ਤੇ ਸਰਕਾਰ ਨਾਲ ਸਾਡੀ ਸਿੱਧੀ ਲੜਾਈ ਹੈ ਤਾਂ ਆਪਾਂ 1 ਜਾਂ 2 ਜਣੇ ਤਾਂ ਆਪਾਂ ਲੜ ਨਹੀਂ ਸਕਦੇ ਹਾਂ। ਜਦੋਂ ਵੀ ਆਪਾਂ ਲੜਨਾ ਇੱਕ ਮੁੱਠੀ ਹੋ ਕੇ ਲੜਾਂਗੇ, ਕਿਉਂਕਿ ਜਦੋਂ ਸਾਡਾ ਏਕਾ ਹੋਏਗਾ, ਏਕੇ ਵਿੱਚ ਹੀ ਬੋਲਦੇ ਤਾਕਤ ਹੁੰਦੀ ਹੈ ਤੇ ਜੇ ਸਾਡਾ ਏਕਾ ਨਹੀਂ ਹੈ ਤੇ ਤਾਕਤ ਵੀ ਨਹੀਂ ਹੈਗੀ ਸਾਡੀ। ਤੇ ਦੂਸਰਾ, ਜਦੋਂ ਵੀ ਮਤਲਬ ਕਿ ਕਿਤੇ ਸਾਨੂੰ ਬੁਲਾਇਆ ਜਾਂਦਾ ਹੈ ਉੱਥੇ ਬੰਦੇ ਨੂੰ ਮਨ 'ਚ ਡਰ ਹੁੰਦਾ, ਮੈਂ ਕਰੇ ਉੱਥੇ ਮੈਨੂੰ ਕੀ ਕਹਿਣ ਲਈ ਬੁਲਾਉਣਾ, ਕੀ ਕਹਿਣ ਲਈ ਬੁਲਾਉਣਾ। ਪਹਿਲੇ ਤਾਂ ਆਪਣੇ ਮਨ 'ਚੋਂ ਇਹ ਸਾਰੇ ਡਰ ਕੱਢਿਆ ਕਰੋ ਔਰ ਜਿੱਥੇ ਵੀ ਜਾਂਦੇ ਹੋ ਕੁਛ ਨਾ ਕੁਛ ਉੱਥੇ ਸਾਨੂੰ ਸਿੱਖਣ ਲਈ ਮਿਲਦਾ। ਔਰ ਜਿਹੜਾ ਇਹ ਪ੍ਰੋਗਰਾਮ ਅੱਜ ਇੱਥੇ ਆਪਾਂ ਅਟੈਂਡ ਕਰ ਰਹੇ ਹਾਂ, ਸਾਨੂੰ ਹੁਕਮ ਹੋਇਆ ਸੀ ਕਿ ਉੱਥੇ ਮਾਨਸਰ ਕਰਨਾ, ਲੇਕਿਨ ਅਸੀਂ ਉਹਨਾਂ ਨੂੰ ਸਾਬਿਤ ਕਰਨਾ ਸੀਗਾ ਕਿ ਸਾਡੇ ਦਸੂਹੇ ਦੇ ਜਿਹੜੇ ਮੰਡ ਵਡੇਰ ਦੇ ਲੀਡਰ ਆ ਉਹ ਕੋਈ ਇੱਦਾਂ ਨਹੀਂ ਹੈਗੇ, ਉਹ ਉਹਨਾਂ ਮਜ਼ਬੂਤ ਹੈ। ਸਾਡਾ ਅਸੀਂ ਬੋਲ ਸਕਦੇ ਹਾਂ, ਸਾਨੂੰ ਸਾਰਾ ਕੁਛ ਆਉਂਦਾ। ਅਸੀਂ ਕੋਈ 10-10 ਹਜ਼ਾਰ ਖਰਚੇ ਕਰਕੇ ਦੂਜਿਆਂ ਬਲੋਕਾਂ 'ਚ ਨਹੀਂ ਜਾਣਾ, ਅਸੀਂ ਆਪਣੇ ਬਲੋਕ 'ਚ ਕਰਾਂਗੇ। ਔਰ ਐਟ ਅ ਟਾਈਮ ਇਹ ਪਰਸੋਂ ਹੀ ਸਾਡੀ ਗੱਲ ਹੋਈ ਸੀ ਤੇ ਕੱਲ੍ਹ ਦੇ ਵਿੱਚ ਹੀ ਡਿਸਾਈਡ ਹੋਇਆ। ਜਿਹਨਾਂ ਨੂੰ ਕੁੜੀਆਂ ਨੂੰ ਸੁਨੇਹਾ ਮਿਲਿਆ ਉਹ ਪੁੱਜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਤੋਂ ਵੀ ਜਿੱਦਾਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਕੋਈ ਪਰੇਸ਼ਾਨ ਕਰਦਾ ਜਾਂ ਕੁਛ ਵੀ ਕਰਦਾ ਹੈ, ਉਹ ਸਾਡੇ ਨਾਲ ਸ਼ੇਅਰ ਕਰਿਆ ਕਰੋ। ਅਸੀਂ ਤੁਹਾਡੀ ਤਾਕਤ ਹਾਂ, ਤੁਸੀਂ ਸਾਡੀ ਤਾਕਤ ਜਿਹੜੀ ਤੁਹਾਡੇ ਨਾਲ ਹੀ ਹੈ। ਧੰਨਵਾਦ। ਮਾਨੂੰ ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਅਸੀਂ ਉਸ ਸਮਾਜ ਵਿੱਚ ਰਹਿ ਰਹੇ ਹਾਂ ਜਿੱਥੇ ਇੱਕ ਔਰਤ ਨੂੰ ਕਿਹਾ ਜਾਂਦਾ ਹੈ ਕਿ ਉਸ ਦਾ ਘਰ ਕੋਈ ਨਹੀਂ ਹੈ, ਨਾ ਸਹੁਰਾ ਅਤੇ ਨਾ ਪੇਕਾ। ਅਤੇ ਮੈਂ ਇਹ ਸਮਝਦੀ ਹਾਂ ਕਿ ਔਰਤ ਦੇ ਬਿਨਾਂ ਹੀ ਘਰ ਨਹੀਂ ਆ, ਔਰਤ ਦੇ ਨਾਲ ਹੀ ਘਰ ਹੈ। ਔਰਤ ਹੈ ਤਾਂ ਆਦਮੀ ਕਾਮਯਾਬ ਹੈ, ਔਰਤ ਹੈ ਤਾਂ ਬੱਚੇ ਕਾਮਯਾਬ ਹੈ।
ਬਾਕੀ ਮੇਰੀਆਂ ਆਸ਼ਾ ਵਰਕਰ ਭੈਣਾਂ ਅੱਜ ਇਕੱਠ ਦੇਖ ਕੇ ਬਹੁਤ ਖੁਸ਼ੀ ਹੋਈ ਆ। ਇੱਦਾਂ ਹੀ ਸਾਡੇ ਇੱਕ ਫੋਨ 'ਤੇ ਜਿੱਥੇ ਅਸੀਂ ਬੁਲਾਉਣਾ ਉੱਥੇ ਪਹੁੰਚ ਜਾਇਆ ਕਰੋ, ਕਿਉਂਕਿ ਸਾਡੀ ਯੂਨੀਅਨ ਹੈ ਤਾਂ ਸਾਡਾ ਕੁਝ ਬਣੇਗਾ, ਨਹੀਂ ਤਾਂ ਸਾਡਾ ਕੁਝ ਨਹੀਂ। ਕਿਸੇ ਨੇ ਸਰਕਾਰ ਨੇ ਕਿਸੇ ਨੇ ਵੀ ਨਹੀਂ ਸਾਡੀ ਸੁਣਨੀ, ਠੀਕ ਆ। ਅਤੇ ਪਹੁੰਚਿਆ ਕਰੋ ਜਿੱਥੇ ਅਸੀਂ ਬੁਲਾਉਂਦੇ ਹੁੰਦੇ ਹਾਂ। ਧੰਨਵਾਦ। ਵੀਰ ਸਾਹਿਬਾਨ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮਹਿਲਾ ਦਿਵਸ 'ਤੇ ਇਹੀ ਆ ਵੀ ਜੀ ਸਾਨੂੰ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਸਟਾਰਟ ਆਪਣੇ ਹੀ ਘਰਾਂ ਤੋਂ ਹੀ ਕਰਦੇ ਹਾਂ ਜੀ। ਅਤੇ ਬਾਕੀ ਹੱਕਾਂ ਦੀ ਗੱਲ ਆ, ਹੱਕਾਂ ਸਰਕਾਰ ਹੁਣੇ ਮੈਂ ਥੋੜ੍ਹਾ ਜਿਹਾ ਪਹਿਲਾਂ ਹੀ ਨੈੱਟ 'ਤੇ ਦੇਖਿਆ ਸੀ ਜੀ, ਸਰਕਾਰ ਨੇ ਪੈਨਸ਼ਨ ਮੇਰੇ ਹਿਸਾਬ ਨਾਲ ਔਰਤਾਂ ਦੀ ਹੁਣ 1500 ਕਹਿੰਦੇ ਕਰ ਰਹੇ ਹਾਂ ਅਸੀਂ, ਕਰਤੀ ਹੈ ਨਾ। ਅਤੇ ਬੱਸ ਦਾ ਕਿਰਾਇਆ ਵੀ ਮੁਫਤ ਕਰਤਾ। ਪਰ ਬਾਕੀ ਇਹ ਦੇਖੋ ਵੀ ਇਹ ਹੁਣ ਕਾਗਜ਼ੀ ਕਾਰਵਾਈ ਆ ਜਾਂ ਲਾਗੂ ਵੀ ਕਰਦੇ ਆ। ਅਤੇ ਵਾਹਿਗੁਰੂ ਜੀ ਕਾ ਖਾਲਸਾ। ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਮਹਿਲਾ ਦਿਵਸ 'ਤੇ। ਮੈਂ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੰਨਾ ਤੁਸੀਂ ਕੰਮ ਕਰਦੀ ਹੋ ਘਰ 'ਚ ਜਾਂ ਬਾਹਰ ਫੀਲਡਾਂ ਵਿੱਚ, ਜੇ ਤੁਸੀਂ ਇੱਦਾਂ ਹੀ ਲੜ ਕੇ ਕੰਮ ਕਰੋਗੀਆਂ ਜਾਂ ਲੜਾਈ ਕਰੋਗੀਆਂ ਫਿਰ ਹੀ ਤੁਹਾਨੂੰ ਕੁਛ ਫਾਇਦਾ ਹੋਣਾ ਆ, ਤੁਹਾਨੂੰ ਉੱਦਾਂ ਕੋਈ ਫਾਇਦਾ ਨਹੀਂ ਹੋਣਾ ਮੇਰੀਆਂ ਭੈਣਾਂ। ਕਿਉਂਕਿ ਜਿਹੜੀ ਜਦੋਂ ਕੁੱਤੀ ਚੋਰਾਂ ਨਾਲ ਰਲ ਜੇ ਨਾ ਉਦੋਂ ਸਾਨੂੰ ਕੁਛ ਨਹੀਂ ਮਿਲ ਸਕਦਾ। ਇਹ ਸੋਚੋ ਸਾਡੀ ਸਰਕਾਰ ਜਿਹੜੀ ਆ ਉਹ ਸਾਰੇ ਰਲ ਗਏ ਆ। ਇਸ ਕਰਕੇ ਜਿੰਨਾ ਤੁਸੀਂ ਹੁਣ ਕੋਵਿਡ ਸਮੇਂ ਕਿੰਨਾ ਕੰਮ ਕੀਤਾ ਆ, ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ। ਇਸ ਕਰਕੇ ਮੇਰੀਆਂ ਭੈਣਾਂ ਸਾਰੀਆਂ ਇਕਮੁੱਠ ਹੋ ਜਾਓ, ਇਕਮੁੱਠ ਹੋ ਕੇ ਲੜਾਈ ਕਰੋ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਲਾ ਦਿਵਸ ਮਨਾਉਣ ਦਾ ਇੱਕ ਬਹੁਤ ਤਗੜਾ ਰੀਜ਼ਨ ਹੈ। ਮੈਂ ਇੱਕ ਗੱਲ ਕਰਾਂਗਾ ਆਪਣੀ ਹੱਡਬੀਤੀ। ਮੈਂ ਇੱਕ ਆਪਣੀ ਹੀ ਗੱਲ ਵਿੱਚ ਦੱਸਾਂਗਾ। ਸਾਡੇ ਤਾਏ ਦਾ ਪੁੱਤਰ ਹੀ ਭਰਾ ਸਾਡਾ, ਉਹਦੇ ਘਰ ਵਾਲੀ ਬਿਮਾਰ ਹੋ ਗਈ। ਅਸੀਂ ਦੋਏ ਜੀ ਉਹਦਾ ਪਤਾ ਲੈਣ ਗਏ ਅਤੇ ਉਹ ਰੋ ਪਈ ਅਤੇ ਮੈਂ ਕਿਹਾ ਵੀ ਜਦ ਅਸੀਂ ਸਾਰੇ ਇੱਥੇ ਤੇਰੇ ਕੋਲ ਆ ਅਤੇ ਰੋਣਾ ਕਿਸ ਗੱਲ ਦਾ। ਉਹ ਕਹਿੰਦੀ ਵੀ ਮੈਂ ਹੁਣ ਬਚਣਾ ਹੈ ਨਹੀਂ। ਤਾਂ ਅਸੀਂ ਕਿਹਾ ਵੀ ਰੋਣੀ ਕਿਹੜੀ ਗੱਲੋਂ? ਕਹਿੰਦੀ ਰੋਣੀ ਇਸ ਕਰਕੇ ਆ ਮੈਂ ਵੀ ਜੇ ਮੇਰੀ ਵੀ ਇੱਕ ਧੀ ਹੁੰਦੀ, ਉਹਦਾ ਇੱਕ ਪੁੱਤਰ ਅਤੇ ਪੁੱਤਰ ਸੀ ਉਹਨਾਂ ਦੇ ਕੋਈ, ਵੀ ਜੇ ਮੇਰੀ ਵੀ ਧੀ ਹੁੰਦੀ ਇੱਕ ਤਾਂ ਮੇਰੇ ਤੋਂ ਬਾਅਦ ਮੇਰਾ ਘਰ ਸਾਂਭਿਆ ਰਹਿੰਦਾ, ਅਤੇ ਜਿਹੜਾ ਮੈਨੂੰ ਰੋਗ ਲੱਗਾ ਉਹਦੇ ਨਾਲ ਮੈਂ ਬਚਣਾ ਹੈ ਨਹੀਂ। ਜਿਹੜੀ ਇੱਕ ਔਰਤ ਇਹੋ ਹੀ ਘਰ ਸੰਭਾਲ ਸਕਦੀ ਹੈ, ਘਰ ਵੀ ਬਾਹਰ ਵੀ, ਕਿਉਂਕਿ ਇਹਨਾਂ ਨੂੰ ਕਈ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਪੈਂਦਾ, ਧੀ ਦਾ, ਭੈਣ ਦਾ ਅਤੇ ਪਤਨੀ ਦਾ। ਅਜੋਕੇ ਸਮੇਂ ਦੇ ਵਿੱਚ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਬਹੁਤ ਜ਼ਿਆਦਾ ਭਿਆਨਕ ਚੱਲ ਰਿਹਾ। ਸਰਕਾਰਾਂ ਬਿਲਕੁਲ ਹੱਥ ਖੜ੍ਹੇ ਕਰ ਗਈਆਂ ਨੇ। ਸਾਡੀਆਂ ਭੈਣਾਂ ਮਿਡ ਡੇ ਮੀਲ ਵਾਲੀਆਂ ਵੀ ਦਿਨ ਰਾਤ ਸੇਵਾ ਕਰਦੀਆਂ ਨੇ, ਇਹਨਾਂ ਨੂੰ ਵੀ ਇਹਨਾਂ ਦਾ ਮਿਹਨਤਾਨਾ ਨਹੀਂ ਪੂਰਾ ਦਿੱਤਾ ਜਾਂਦਾ। ਸੋ ਸਾਰਿਆਂ ਨੂੰ, ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਰਲ ਕੇ ਹੀ ਚੱਲਣਾ ਪੈਣਾ ਹੈ, ਤਾਂ ਹੀ ਗੌਰਮੈਂਟ ਕੋਲੋਂ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ। ਸੋ ਇੰਨਾ ਕਹਿੰਦਾ ਹੋਇਆ ਧੰਨਵਾਦ। ਹਰ ਇੱਕ ਨੂੰ ਚਾਹੀਦਾ ਕਿ ਧੀ ਪੁੱਤ ਵਿੱਚ ਕੋਈ ਫਰਕ ਨਾ ਸਮਝੇ, ਧੀਆਂ ਨੂੰ ਪੁੱਤਾਂ ਤੋਂ ਵੀ ਵੱਧ ਪੜ੍ਹਾਉਣਾ ਚਾਹੀਦਾ ਆ। ਹਰ ਇੱਕ ਧੀ ਜਿਹੜੀ ਆ ਉਹ ਮਾਂ ਬਣਦੀ ਆ। ਉਹ ਮਾਂ ਜਿਹੜੀ ਆ ਉਹ ਪੂਰਾ ਪਰਿਵਾਰ ਚਲਾਉਂਦੀ ਆ। ਧੀ ਤੋਂ ਬਿਨਾਂ ਜਿਹੜਾ ਇਹ ਦੋ ਪਹੀਏ ਜਿਹੜੇ ਚੱਲਣੇ ਆ ਇਹ ਬਹੁਤ ਮੁਸ਼ਕਲ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖਰੇ ਵੱਖਰੇ ਡਿਪਾਰਟਮੈਂਟ ਤੋਂ ਆਏ ਹੋਏ ਪ੍ਰਧਾਨ ਸਾਹਿਬਾਨ, ਇੰਪਲੋਇਜ਼ ਦਾ ਮੈਂ ਅੱਜ ਸਵਾਗਤ ਕਰਦੇ ਹਾਂ ਇੱਥੇ ਜੀ। ਅੱਜ ਮਹਿਲਾ ਦਿਵਸ ਉੱਤੇ ਅੱਜ ਆਪਾਂ ਇਕੱਠੇ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਅੱਜ ਕੱਲ੍ਹ ਮਹਿਲਾਵਾਂ ਹਰ ਫੀਲਡ ਦੇ ਵਿੱਚ ਸਭ ਤੋਂ ਮੋਹਰੀ ਹੈ। ਸਾਡੀ ਆਪਣੇ ਰਾਸ਼ਟਰਪਤੀ ਰਹੀ ਪ੍ਰਤਿਭਾ ਸਿੰਘ ਪਾਟਿਲ ਔਰ ਵੱਖਰੇ ਵੱਖਰੇ ਅਦਾਰਿਆਂ ਦੇ ਵਿੱਚ ਮਹਿਲਾਵਾਂ, ਜਿਵੇਂ ਕਿ ਕਲਪਨਾ ਚਾਵਲਾ ਸਪੇਸ ਦੇ ਵਿੱਚ ਵੀ ਜਾ ਚੁੱਕੀ ਆ। ਮਹਿਲਾਵਾਂ ਅੱਜ ਕੱਲ੍ਹ ਕੋਈ ਵੀ ਮਹਿਲਾ ਅੱਜ ਕੱਲ੍ਹ ਕਿਸੇ ਵੀ ਪੁਰਸ਼ ਤੋਂ ਪਿੱਛੇ ਨਹੀਂ ਹੈਗੀ, ਠੀਕ ਹੈ ਜੀ। ਇੱਥੋਂ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਆ, ਠੀਕ ਹੈ ਜੀ, ਉਹ ਵੀ ਇੱਕ ਮਾਂ ਤੋਂ ਹੀ ਆਏ ਹੋਏ ਆ, ਠੀਕ ਹੈ ਜੀ। ਅਤੇ ਸੋ ਇਹ ਮਾਂ ਦਾ ਜਿਹੜਾ ਰੋਲ ਆ, ਇੱਕ ਮਹਿਲਾ ਦਾ ਰੋਲ ਆ, ਉਹ ਬਹੁਤ ਹੀ ਇੰਪੋਰਟੈਂਟ ਹੈਗਾ ਆ ਸਾਡੀ ਲਾਈਫ ਦੇ ਵਿੱਚ। ਬੰਦੇ ਦਾ ਜੀਵਨ ਜੋ ਆ ਉਹ ਔਰਤ ਦੇ ਬਿਨਾਂ ਅਧੂਰਾ ਆ, ਔਰ ਔਰਤ ਦਾ ਜੀਵਨ ਜਿਹੜਾ ਬੰਦੇ ਤੋਂ ਬਿਨਾਂ ਅਧੂਰਾ ਆ। ਸੋ ਮੈਂ
ਅੱਜ ਦੇ ਦਿਵਸ ਦੇ ਉੱਤੇ, ਮਹਿਲਾ ਦਿਵਸ ਦੇ ਉੱਤੇ ਮਹਿਲਾਵਾਂ ਦਾ ਬਹੁਤ ਧੰਨਵਾਦੀ ਹਾਂ ਔਰ ਇਹਨਾਂ ਨੂੰ ਮੁਬਾਰਕਾਂ ਦਿੰਦਾ ਕਿ ਤੁਸੀਂ ਵੱਧ ਚੜ੍ਹ ਕੇ ਆਪਣਾ ਹੁਨਰ ਦਾ ਆਪਣਾ ਮੁਜ਼ਾਹਰਾ ਕਰੋ, ਦੇਸ਼ ਨੂੰ ਕੁਝ ਬਣ ਕੇ ਦੱਸੋ, ਕੁਝ ਦੱਸੋ। ਇਸੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੋ ਅੱਜ ਇਸ ਦਿਨ 'ਤੇ ਸਾਰੇ ਇਕੱਠੇ ਹੋਏ ਆ, ਸਭ ਤੋਂ ਵੱਧ ਤਾਂ ਮੈਂ ਆਪਣੀਆਂ ਭੈਣਾਂ ਦਾ ਧੰਨਵਾਦ ਕਰਦੀ ਹਾਂ ਜੋ ਸਾਡੇ ਇੱਕ ਫੋਨ ਦੇ ਉੱਤੇ ਅੱਜ ਸਾਰੀਆਂ ਇੱਥੇ ਇਕੱਠੀਆਂ ਹੋਈਆਂ ਨੇ। ਪਰ ਇਹ ਹੈਗਾ ਵੀ ਮਹਿਲਾ ਦਿਵਸ 'ਤੇ ਆਉਣਾ ਤਾਂ ਚਲੋ ਇੱਕ ਤੁਸੀਂ ਅੱਜ ਬਹੁਤ ਮਤਲਬ ਕਿ ਵਧੀਆ ਕੀਤਾ ਜਿਹੜੇ ਸਾਰੇ ਇਕੱਠੇ ਹੋ ਗਏ ਹੋ, ਨਹੀਂ ਤਾਂ ਸਾਡੇ ਫੋਨ 'ਤੇ ਅਸੀਂ ਜਿੰਨੇ ਮਰਜ਼ੀ ਫੋਨ ਕਰੀਏ ਕੋਈ ਵੀ ਸਾਡੀ ਆਸ਼ਾ ਭੈਣ ਜਿਹੜੀ ਹੈ ਉਹ ਸਾਡੇ ਕੋਲ ਨਹੀਂ ਪਹੁੰਚਦੀ। ਚਲੋ ਅੱਜ ਰੱਬ ਨੇ ਸਾਨੂੰ ਇਕੱਠੇ ਕੀਤਾ ਮਹਿਲਾ ਦਿਵਸ ਮਨਾਉਣ ਦੀ ਖੁਸ਼ੀ ਦੇ ਵਿੱਚ, ਅਤੇ ਸਾਰਿਆਂ ਨੂੰ ਮੇਰੀ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਭੈਣਾਂ ਨੂੰ ਇਸ ਦਿਵਸ ਦੀ। ਅਤੇ ਬਸ ਮੈਂ ਇੰਨਾ ਹੀ ਧੰਨਵਾਦ ਕਰਦੀ ਹਾਂ ਸਾਰਿਆਂ ਦਾ। ਦਿਵਸ ਦਾ ਮਹਿਲਾ ਦਾ ਕੰਮ ਹੈ ਉਹ ਬਹੁਤ ਹੀ ਇੱਕ ਵਧੀਆ ਕੰਮ ਹੈ। ਅਗਰ ਮਹਿਲਾ ਹੈ ਤਾਂ ਦੇਸ਼ ਹੈ, ਜੇ ਮਹਿਲਾ ਨਹੀਂ ਤਾਂ ਦੇਸ਼ ਨਹੀਂ ਹੈ। ਇਸ ਕਰਕੇ ਮੈਂ ਕਹਿੰਦਾ ਮਹਿਲਾ ਜਿਹੜੇ ਕੰਮ ਮਹਿਲਾ ਨੇ ਕਰਨੇ ਨੇ ਉਹ ਬੰਦਾ ਨਹੀਂ ਕਰ ਸਕਦਾ ਜੀ, ਅਤੇ ਜੋ ਬੰਦੇ ਨੇ ਕਰਨਾ ਮਹਿਲਾ ਨਹੀਂ ਕਰ ਸਕਦੀ। ਇਸ ਕਰਕੇ ਸਾਡੀ ਭੈਣ ਨੇ ਹੁਣ ਇਹ ਦੱਸਿਆ ਵੀ ਦੋਨੇ ਮਿਲ ਕੇ ਰਹਿਣੇ ਚਾਹੀਦੇ ਨੇ। ਜੋ ਕੰਮ ਉਹਨਾਂ ਕਰਨਾ ਉਹਨੇ ਨਹੀਂ ਕਰਨਾ, ਜੋ ਅਸੀਂ ਕਰਨਾ ਇਹਨਾਂ ਨਹੀਂ ਕਰਨਾ। ਤੋ ਇਸ ਕਰਕੇ ਮੈਂ ਇਹੋ ਹੀ ਬੇਨਤੀ ਕਰਾਂਗਾ ਵੀ ਜਿੰਨੀਆਂ ਵੀ ਸਾਡੇ ਮੁਲਾਜ਼ਮ ਵੀਰ ਜਾਂ ਭੈਣਾਂ ਇਕੱਠੀਆਂ ਹੋਈਆਂ ਵੀ ਠੀਕ ਹੈ ਮਹਿਲਾ ਦਿਵਸ ਮਨਾਓ। ਇਸੇ ਤਰ੍ਹਾਂ ਹਰ ਵਾਰੀ ਜਿੱਦਾਂ ਵੀ ਆਉਂਦਾ ਮਨਾਓ, ਆਪਾਂ ਜ਼ਰੂਰ ਤੁਹਾਡੇ 'ਚ ਹਾਜ਼ਰ ਹੋਵਾਂਗੇ, ਕਿਉਂਕਿ ਸਾਡੀ ਜਦ ਨਵੇਂ ਬਣਿਆ ਸਾਨੂੰ ਇਹਨਾਂ ਦੇ ਅਜੇ ਲੈਕਚਰ ਕਰਨਾ ਨਹੀਂ ਪਤਾ। ਤੋ ਇਸ ਕਰਕੇ ਆਪਾਂ ਜੇ ਕੰਮ ਸਿੱਖਾਂਗੇ ਤਾਂ ਤਾਂ ਹੀ ਗੱਲ ਬਣਨੀ ਹੈ। ਹੁਣ ਤੁਹਾਨੂੰ ਪਤਾ ਮਹਿਲਾ ਦਿਵਸ ਕਹਿੰਦੇ ਵੀ ਨਾਰੀ ਨੂੰ ਪੂਰਾ ਸਨਮਾਨ ਦਿਓ। ਹੁਣ ਇਹ ਹਿਸਾਬ ਨਾਲ ਸਰਕਾਰ ਕੀ ਦਿੰਦੀ ਪਈ ਹੈ? ਕੁਛ ਨਹੀਂ ਦਿੰਦੀ ਪਈ। ਹੁਣ ਆ ਪੇ ਕਮਿਸ਼ਨ ਦੇਖ ਲਓ, ਹੁਣੇ ਮੈਸੇਜ ਆਇਆ 31 ਮਾਰਚ ਰਿਪੋਰਟ ਲੈਣੀ ਹੈ ਅਤੇ 1 ਜੁਲਾਈ ਨੂੰ ਲਾਗੂ ਕਰਨਾ। ਉਹ ਕਹਿੰਦੇ ਮਤਲਬ ਅੱਗੇ ਦਸੰਬਰ ਅਕਤੂਬਰ 'ਚ ਚੋਣ ਜਾਬਤਾ ਲੱਗ ਜਾਣਾ। ਉਹਨਾਂ ਦਾ ਇਹੀ ਮਤਲਬ ਹੈ ਆਪਾਂ ਟਾਈਮ ਟਪਾਊ ਜਿੰਨਾ ਨੇ ਤਾਂ ਓਨਾ ਹੀ ਕਰੋ। ਤੋ ਇਸ ਕਰਕੇ ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀ ਜਗ੍ਹਾ ਨਾਲ ਧੰਨਵਾਦ। ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਔਰਤ ਨੂੰ ਮਰਦ ਦਾ ਅਤੇ ਮਰਦ ਨੂੰ ਔਰਤ ਦਾ, ਕਿ ਦੋਨੇ ਜਾਣੇ ਬਰਾਬਰ ਹੀ ਹਨ। ਸਾਨੂੰ ਕਦੀ ਇਹ ਨਹੀਂ ਸੋਚਣਾ ਚਾਹੀਦਾ, ਆਪਣੀ ਸੋਚ ਜਿਹੜੀ ਸਾਨੂੰ ਛੋਟੀ ਨਹੀਂ ਰੱਖਣੀ ਚਾਹੀਦੀ। ਔਰਤ ਅਤੇ ਮਰਦ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ, ਨਾ ਬੇਟੀ ਅਤੇ ਬੇਟੇ ਵਿੱਚ ਫਰਕ ਰੱਖਣਾ ਚਾਹੀਦਾ, ਕਿਉਂ ਸੰਸਾਰ ਔਰਤ ਨਾਲ ਹੀ ਚੱਲਦਾ ਹੈ। ਇਸ ਕਰਕੇ ਮੈਂ ਇਹੀ ਕਹਿੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨੂੰ ਬਰਾਬਰ ਹੀ ਸਮਝਣਾ ਚਾਹੀਦਾ।